आ गया भाई, आ गया। जी वीडियो बंद कर आपकी। तो अज आप शुरू करना वैकेंसी इन द प्रेजिडेंट्स ऑफिस है ना। सीधा सीधा दो तीन गल्लां ही है इहदे च। पहली गल तो यह है भी जे ऑडियो बंद कर ला यार जी, थोड़ी जी ना तेरी आवाज ज्यादा। वैकेंसी ऑफ प्रेजिडेंट दे की है अंडर आर्टिकल 62 ए वैकेंसी इन द प्रेजिडेंट्स ऑफिस कैन अकर इन एनी ऑफ द फॉलोइंग वे। ठीक है, वैकेंसी की होंदी है भी राष्ट्रपति की सीट खाली हो जाना है ना। ते किन्ने तरीके नाल खाली हो सकती है। पहला पहला तरीका किहड़ा, दो तरीके तुहानूं दस्से ही है। किहड़ा पहला तरीका, सीट खाली किवें हो सकती है 5 सालों तो पहलां जो एक्सपायर हो जाएगी, की एक्सपायर हो जाए। राष्ट्रपति मर जाए। अच्छा, ये मैं तेन दसिया नहीं सही तक, ये तो नहीं मैं तुहानूं दसिया। चलो ऐ भी हो सकती है। मैं जेडे तुहानूं दस्से दो तरीके वो किहड़े। भी उन्हें लाया जा सकता 5 साल पहला भी। हाँ, एक तो इंपीचमेंट हो सकती है, दूजा की हो सकता आप रिजाइन इंपीचमेंट दे दे, आप जाएंगे। तीजा मर भी सकता। ठीक ठीक है। है, देखो किवें किवें वैकेंसी क्रिएट हो सकती है भी राष्ट्रपति ਜਿਹੜੀ ਉਹ ਪੋਸਟ ਆ ਉਹ ਖਾਲੀ ਕਿਵੇਂ ਕਿਵੇਂ ਹੋ ਸਕਦੀ ਹੈ। ਇੱਕ ਤਾਂ ਐਕਸਪਾਇਰੀ ਆਫਿਸ ਟੈਨਿਓਰ 5 ਸਾਲਾਂ ਹੈ ਨਾ, ਵੀ ਜਾਂ ਤਾਂ ਉਹਦਾ ਟੈਨਿਓਰ ਹੀ ਖਤਮ ਹੋ ਜੇ 5 ਸਾਲਾਂ ਬਾਅਦ ਐਕਸਪਾਇਰੀ ਹੋਊਗੀ। ਗੱਲ ਸਮਝ ਲੱਗੀ। हाँ भाई। ਫਿਰ ਦੂਜਾ ਕੀ ਹੈ, ਔਨ ਹਿਜ਼ ਰਿਮੂਵਲ ਬਾਈ ਦ ਪ੍ਰੋਸੈਸ ਆਫ ਇੰਪੀਚਮੈਂਟ। ठीक है, फिर when he becomes disqualified to hold office or when his election is declared void। ठीक है, ਜਦੋਂ ਉਹ ਡਿਸਕੁਆਲੀਫਾਈਡ ਵੀ ਜੇ ਉਹਨਾਂ ਚੀਜ਼ਾਂ ਜਿਹੜੇ ਆਪਾਂ ਚਾਰ ਕੰਡੀਸ਼ਨਸ ਆਫਿਸ ਦੀਆਂ ਪੜੀਆਂ, ਦੋ ਮੇਨ ਤਾਂ ਉਹੀ ਹੈ ਵੀ ਆਫਿਸ ਆਫ ਪ੍ਰੋਫਿਟ ਵਾਲੀ ਹੈ ਨਾ। ਜੇ ਉਹ ਉਹਨਾਂ ਕੰਡੀਸ਼ਨਸ ਚੋਂ ਕਿਸੇ ਕੰਡੀਸ਼ਨ ਨੂੰ ਫੋਲੋ ਨਹੀਂ ਕਰਦਾ ਪਿਆ, ਹੈਲੋ हाँ भाई हाँ। ਜੇ ਉਸ ਕੰਡੀਸ਼ਨ ਦੇ ਵਿੱਚੋਂ ਕਿਸੇ ਕੰਡੀਸ਼ਨ ਨੂੰ ਫੋਲੋ ਨਹੀਂ ਕਰਦਾ ਪਿਆਗਾ ਤੇ ਫਿਰ ਵੀ ਉਹ ਚੀਜ਼ ਹੋ ਸਕਦੀ ਹੈ। हरजीत बंद करी भाई आवाज आती यार। हरजीत भाई हेलो। हेलो हाँ आई जाती है, मैंने तो आवाज हरजीत नहीं आती। हरजीत दी आउंदी भी नहीं ते ओह स्पीकर भी नहीं ऑफ करदा। तेरी आवाज नहीं आउंदी भाई यार वो मज चों जा वड़िया होगा। ठीक है बस नहीं ठीक है कर दी बंद ने ऑडियो ऑफ कर दी। हाँ भाई समझ चलो। लग गई किन्ने तरीके नाल हो सकदा। हाँ भाई। भावें तो ਉਹਦੇ 5 ਸਾਲ ਪੂਰੇ ਹੋ ਜਾਣ, ਭਾਵੇਂ ਉਹਨੇ ਰਿਜ਼ਾਈਨ ਦਿੱਤਾ, ਦੋ ਹੋ ਗਏ। हाँ भाई ਤੀਜਾ ਕੀ ਹੋ ਸਕਦਾ ਵੀ ਡੈਥ ਹੋ ਸਕਦੀ ਹੈ डेथ हो सकती है। ਜਾਂ ਇੰਪੀਚਮੈਂਟ ਨਾਲ ਉਹਨੂੰ ਵੈਸੇ ਹੀ ਲਾਤਾ।
ਇਹ ਵੀ ਚੀਜ਼ ਹੋ ਸਕਦੀ ਹੈ। हाँ भाई। 4 ਚੀਜ਼ਾਂ ਹੋ ਗਈਆਂ ਤੇ ਪੰਜਵਾਂ ਕੀ हाँ ਹੈ भाई। ਵੀ ਉਹ ਡਿਸਕੁਆਲੀਫਾਈਡ ਉਹਨੂੰ ਕਰਤਾ, ਡਿਸਕੁਆਲੀਫਾਈ ਹੋ ਗਿਆ ਕਾਹਤੋਂ? ਕਾਹਤੋਂ ਡਿਸਕੁਆਲੀਫਾਈ ਹੋਊਗਾ ਵੀ ਜੇ ਕੋਈ ਉਹ ਜਿਹੜੀਆਂ ਕੰਡੀਸ਼ਨਸ ਸੀ ਨਾ ਉਹ ਫਾਲੋ ਨਾ ਕਰੂਗਾ, ਜੇ ਉਹ ਉਹਨਾਂ ਨੂੰ ਕੰਡੀਸ਼ਨਸ ਨੂੰ ਪੂਰੀਆਂ ਨਾ ਕਰਦਾ ਹੋਊਗਾ ਤਾਂ ਵੀ ਉਹ ਡਿਸਕੁਆਲੀਫਾਈ ਹੋ ਜਾਊਗਾ। ਲੱਗਿਆ ਪਤਾ? ठीक है। ਸਮਝ ਲੱਗ ਗਈ ਬਲਤੇਜ? नहीं कंडीशन में पता भाई, फिर वो केस ही ना होगा तो वही इम्पीचमेंट वाला ही तो वही करेंगे कि ऑटोमेटिकली डिस्क्वालीफाई हो जाएगा। ਉਹੀ ਯਾਰ ਉਸੇ ਚੀਜ਼ ਦੇ ठीक है। ਇਹ ਵੀ ਹੈ ਨਾ ਉਹਦੀ ਇਲੈਕਸ਼ਨ ਨੂੰ ਜੇ ਹੁਣ ਮੰਨ ਕੇ ਚਲੋ ਇਲੈਕਸ਼ਨ ਦੇ ਵਿੱਚ ਕੋਈ ਰੌਲਾ ਪੈ ਜਾਂਦਾ ਹਨਾ, ਇਲੈਕਸ਼ਨ 'ਚ ਕੋਈ ਧੱਕਾ हाँ ਕੀਤਾ भाई। ਜਾਂ ਕੋਈ ਨਾ ਕੋਈ ਗੱਲਬਾਤ ਹੋਈ ਹੈ, ਗੜਬੜ ਹੋਈ ਹੈ, ਤੇ ਸੁਪਰੀਮ ਕੋਰਟ ਵੀ ਤਾਂ ਉਹ हाँ ਇਲੈਕਸ਼ਨ ਨਹੀਂ ਰੱਦ ਕਰ ਸਕਦੀ ਹੈ ਨਾ। ਜੇ ਹੁਣ ਸੁਪਰੀਮ ਕੋਰਟ ਨੇ ਇਲੈਕਸ਼ਨ ਨੂੰ ਰੱਦ ਕਰਤਾ ਤਾਂ ਉਹ ਫਿਰ ਵੀ ਗਿਆ। ठीक है। ਹੁਣ ਫਿਰ ਅੱਗੇ ਕੀ ਲਿਖਿਆ? ਇਫ ਦਾ ਆਫਿਸ ਫਾਲ ਵੇਕੈਂਟ ਬਾਈ ਰਿਜ਼ਾਈਨੇਸ਼ਨ, ਰਿਮੂਵਲ, ਡੈਥ ਔਰ ਅਦਰਵਾਈਜ਼, ਹਨਾ, ਭਾਵੇਂ ਤਾਂ ਉਹ ਵੇਕੈਂਟ ਹੋਇਆ ਰਿਜ਼ਾਈਨੇਸ਼ਨ ਕਰਕੇ, ਭਾਵੇਂ ਰਿਮੂਵਲ ਕਰਕੇ ਹੋਇਆ, ਇੰਪੀਚਮੈਂਟ ਕਰਕੇ ਹੋਇਆ ਨਾ, ਭਾਵੇਂ ਡੈਥ ਤੇ ਭਾਵੇਂ ਕਿਸੇ ਹੋਰ ਤਰੀਕੇ ਨਾਲ, then the election to fill the vacancy should be completed within 6 months from the date of the occurrence of such vacancy। ਠੀਕ ਹੈ ਵੀ ਜਦੋਂ ਉਹ ਆਫਿਸ ਖਾਲੀ ਹੋ ਗਿਆ ਇੱਕ ਵਾਰੀ ਪ੍ਰੈਜ਼ੀਡੈਂਟ ਦਾ ਕਿਸੇ ਵੀ ਕਾਰਨ ਕਰਕੇ ਹੋਇਆ, ਕਿੰਨੇ ਟਾਈਮ ਦੇ ਵਿੱਚ ਦੁਬਾਰਾ ਵੋਟਾਂ ਕਰਵਾਉਣੀਆਂ ਪੈਣਗੀਆਂ? 6 महीने। within 6 months। 6 months। within 6 months 6 ਮਹੀਨਿਆਂ 6 ਦੇ ਵਿੱਚ months। 6 ਮਹੀਨਿਆਂ ਦੇ ਵਿੱਚ ਜੇ ਤੁਹਾਨੂੰ ਦੁਬਾਰਾ ਵੋਟਾਂ ਕਰਵਾਉਣੀਆਂ ਪੈਣਗੀਆਂ। ਠੀਕ ਹੈ, ਫਿਰ ਅੱਗੇ ਦਾ ਨਿਊਲੀ ਇਲੈਕਟਡ ਪ੍ਰੈਜ਼ੀਡੈਂਟ remains in office for a full term of 5 years from the date he assumes charge of his office। ਠੀਕ ਹੈ, ਜਿਹੜਾ ਨਵਾਂ ਪ੍ਰੈਜ਼ੀਡੈਂਟ ਹੋਊਗਾ ਉਹ ਕਿੰਨੇ ਟਾਈਮ ਵਾਸਤੇ ਰਹੂਗਾ? 5 ਸਾਲਾਂ ਵਾਸਤੇ। ਤੇ 5 ਸਾਲ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਕਿਦਾਂ ਤੋਂ ਕਹਿੰਦੇ ਆ, ਜਿੱਦਣ ਵੋਟਾਂ ਪੈ ਗਈਆਂ ਕਿ ਜਿੱਦਣ ਉਹ ਬਣ ਗਿਆ ਕਿ ਜਿੱਦਣ ਉਹਨੇ ਆਫਿਸ ਜੁਆਇਨ ਕਰ ਲਿਆ। ਜਿੱਦਣ ਨੇ ਆਫਿਸ ਜੁਆਇਨ ਕਰ ਲਿਆ। ਠੀਕ ਹੈ, ਹੁਣ ਇੱਕ ਦਿਨ ਵੋਟਾਂ ਪੈਣਗੀਆਂ, ਹੋ ਸਕਦਾ ਉਸ ਦਿਨ ਹੀ ਰਿਜ਼ਲਟ ਆ ਜੇ, ਹੋ ਸਕਦਾ ਕਿਸੇ ਦਿਨ ਰਿਜ਼ਲਟ ਹਨਾ ਵੀ 1-2 ਦਿਨ ਲੇਟ ਆਵੇ, ਪਰ ਨਾ ਹੀ ਤਾਂ ਰਿਜ਼ਲਟ ਵਾਲੇ ਦਿਨ हाँ ਤੋਂ ਕਾਊਂਟ ਕਰਨਾ, ਨਾ ਹੀ ਵੋਟਾਂ ਵਾਲੇ ਦਿਨ ਤੋਂ ਕਾਊਂਟ ਉਦੋਂ ਤੋਂ ਕਰਨਾ ਜਿੱਦਣ ਉਹਨੇ ਆਪਦੀ ਜਾ ਕੇ ਉਹ ਪੋਸਟ ਸਾਂਭ ਲਈ। ਹੁਣ ਕੱਲ ਦੱਸਿਆ ਅਸੀਂ ਨਾ ਵੀ ਹਾਂ ਵੀ ਜੇ ਹੁਣ ਮੰਨ ਕੇ ਚਲੋ 10 ਤਰੀਕ ਨੂੰ ਵੋਟਾਂ ਪਈਆਂ, 15 ਨੂੰ ਰਿਜ਼ਲਟ ਆਇਆ ਤੇ ਉਹਨੇ ਜੁਆਇਨ ਕੀਤਾ 1 ਤਰੀਕ ਨੂੰ, ਆਫਿਸ ਆਪਦੇ ਚ ਗਿਆ 1 ਤਰੀਕ ਨੂੰ। हेलो। ਹੈਲੋ, हाँ भाई, आवाज कट गई। हाँ भाई। ਆਫਿਸ ਆਪਦੇ ਚ ਗਿਆ ਉਹ 1 ਤਰੀਕ ਨੂੰ, ਉਹ 1 ਤਰੀਕ ਵਾਲੀ ਚੀਜ਼ हाँ ਮੰਨੀ भाई, ਜਾਊਗੀ। ਤੇ ਇੱਕ ਚੀਜ਼ ਇੱਥੇ ਹੋਰ ਆ ਬਈ, ਹਾਂ, ਇਹ ਐਮਪੀਐਸ ਦੇ ਵੀ ਦੱਸੇ ਤੂੰ ਹਨਾ, ਇਹੀ ਆ ਵੀ 1 ਤਰੀਕ ਤੋਂ ਹੀ। ਨਹੀਂ ਐਮਪੀ ਵਾਸਤੇ, ਐਮਪੀ ਤਾਂ ਆਪਾਂ ਕੀਤਾ ਹੀ ਨਹੀਂ ਅਜੇ। ਨੇ ਐਮਪੀ ਤੂੰ ਵਿੱਚ ਦੱਸੇ ਵੀ ਐਮਪੀ ਦਾ ਵੀ ਜਿਹੜਾ 5 ਸਾਲਾਂ ਦਾ ਪ੍ਰੋਸੈਸ ਹੁੰਦਾ, ਉਹ ਨਹੀਂ, ਜਦੋਂ ਉਹ ਮੈਂ ਐ ਨਹੀਂ ਉਹ ਕਿਹਾ ਅੱਡ ਹੁੰਦਾ। ਸੀਗਾ, ਉਹ ਮੈਂ ਤੁਹਾਨੂੰ ਇਹ ਕਿਹਾ ਸੀਗਾ ਵੀ ਸੀਐਮ ਵਾਸਤੇ ਨਾ, ਵੀ ਮੈਂ ਤੁਹਾਨੂੰ ਇਹ ਉਸ ਦਿਨ ਤੋਂ ਸਟਾਰਟ ਹੁੰਦਾ ਜਿਹੜੇ 5 ਸਾਲ ਆ, ਉਹ ਜਿੱਦਣ ਉਹ ਆਫਿਸ ਜੁਆਇਨ ਕਰ ਲੈਂਦਾ। ਉਹਦੀ ਜਸਟ ਇੱਕ ਹੋਰ ਉਦਾਹਰਨ ਦਿੱਤੀ ਸੀ, ਉਹ ਤੁਹਾਨੂੰ ਇਹ ਕਿਹਾ ਸੀਗਾ ਵੀ ਸੀਐਮ ਬਣਨ ਲਈ ਜਾਂ ਹਨਾ ਤੁਹਾਨੂੰ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਬਣਨਾ ਜ਼ਰੂਰੀ ਹੈ 6 ਮਹੀਨਿਆਂ ਦੇ ਵਿੱਚ। ਠੀਕ ਹੈ ਬਈ। ਵੀ ਜੇ ਆਪਸ਼ਨ ਤੇ 6 ਮਹੀਨੇ ਆ ਜਾਣ ਵੀ ਉਹਦੇ ਨਾਲ ਕਨਫਿਊਜ਼ ਕਰਨ ਤੁਹਾਨੂੰ, ਤਾਂ ਕਰਕੇ ਇਹ ਕਿਹਾ ਸੀ ਵੀ 6 ਮਹੀਨੇ ਨਹੀਂ ਹੁੰਦਾ, ਇਹ ਉਦੋਂ ਹੋ ਜਾਂਦਾ। ਠੀਕ ਹੈ ਉਹ ਬਈ। ਹੋਰ ਗੱਲ ਸੀ। ਚਲੋ। ਚਲੋ ਅੱਗੇ ਵੇਖੋ, ਕੁਇਕ ਡਾਈਜੈਸਟ। ਕੁਇਕ ਡਾਈਜੈਸਟ ਦੇ ਵਿੱਚ ਕੀ ਹੈ? in a president's election, hana, BV Gray is the only person who won the election of the president as an independent candidate। ठीक है, पहली गल तो यह है भी जो president ਦੀਆਂ ਵੋਟਾਂ ਹੋਈਆਂ ਹਨਾ ਇਹ ਤੋਂ ਪਹਿਲਾਂ ਪਿੱਛੇ BV Gray ਹੈ ਜਿਹੜਾ ਉਹ ਇੱਕੋ ਇੱਕ ਇਹੋ ਜਿਹਾ ਪ੍ਰੈਜ਼ੀਡੈਂਟ ਹੈ ਜਿਹੜਾ ਪ੍ਰੈਜ਼ੀਡੈਂਟ ਬਣਿਆ ਇੰਡੀਪੈਂਡੈਂਟ ਪਾਰਟੀ ਦਾ। ਵੈਸੇ ਉਹ ਜਿਹੜੇ ਪ੍ਰੈਜ਼ੀਡੈਂਟ ਜਾਂ ਕਾਂਗਰਸ ਦਾ ਬਣਦਾ ਜਾਂ ਬੀਜੇਪੀ ਦਾ ਬਣਦਾ ਜਾਂ ਹਨਾ ਸਮਝ ਲੱਗ ਗਈ, ਕਿਸੇ ਨਾ ਕਿਸੇ ਹਾਂ ਬਈ। ਪਾਰਟੀ ਦਾ ਹੁੰਦਾ ਬੰਦਾ। ਜਿਵੇਂ ਮੈਂ ਤੁਹਾਨੂੰ ਪ੍ਰਣਬ ਮੁਖਰਜੀ ਦੀ ਗੱਲ ਕਰੀ ਜਾਂਦਾ ਸੀ, ਉਹ ਪਹਿਲਾਂ ਕਾਂਗਰਸ ਦਾ ਹੁੰਦਾ ਸੀਗਾ, ਉਹ ਬਣਿਆ ਸੀ। ਹੁਣ ਕਵਿੰਦਰ ਰਾਸ਼ਟਰਪਤੀ ਜਿਹੜਾ ਬਣਿਆ ਇਹ ਬੀਜੇਪੀ ਦਾ ਹੀ ਸੀਗਾ ਪਹਿਲਾਂ, ਕਿਸੇ ਨਾ ਕਿਸੇ ਪਾਰਟੀ ਠਾਉਂਦੀ ਆ, ਪਾਰਟੀ ਨੇ ਠਾਇਆ ਸੀਗਾ ਹਨਾ। ਪਰ ਜੇ ਓਨਲੀ ਇੰਡੀਪੈਂਡੈਂਟ ਆਪਾਂ ਕੈਂਡੀਡੇਟ ਦੀ ਗੱਲ ਕਰਕੇ ਜਿਹੜਾ ਰਾਸ਼ਟਰਪਤੀ ਬਣਿਆ ਤਾਂ ਉਹ ਕੀ ਸੀ, ਕੌਣ ਸੀਗਾ? ਗਿਰੀ। ਬੋਲੋ। BV ਗਿਰੀ। ਵੀਵੀ ਗਿਰੀ। BV ਗਿਰੀ, ਠੀਕ ਹੈ। ਸੋ BV ਗਿਰੀ ਦਾ ਬਸ ਇਹੀ ਹੈ ਵੀ ਸੋਚ ਕੇ ਵੇਖੋ ਤੁਸੀਂ ਹਨਾ
ਵੀ ਕਿਸੇ ਪਾਰਟੀ ਨੇ ਨੀ ਉਠਾਇਆ, ਤੁਸੀਂ ਆਪੇ ਹੀ ਖੜੇ ਹੋਗੇ ਪ੍ਰੈਜ਼ੀਡੈਂਟ ਦੀਆਂ ਵੋਟਾਂ 'ਚ, ਤੁਸੀਂ ਜਿੱਤ ਠੀਕ ਹੈ ਜਾਂਦੇ ਇੰਡੀਪੈਂਡੈਂਟ ਖੜੇ ਹੋ ਕੇ ਜਿੱਤ ਜਾਂਦੇ ਆ, ਆਪਣਾ ਹਰਿੰਦਰ ਨੂੰ ਉਠਾ ਕੇ ਜਿੱਤ ਜਿਓ। ਠੀਕ ਹੈ ਠੀਕ ਆ। ਫਿਰ ਅੱਗੇ ਵੇਖ, in July 1977 Neelam Sanjeeva Reddy was elected unopposed as no one else filled nomination form for the post of president। ਜੇ ਤੁਹਾਨੂੰ ਆ ਜੇ who was elected unopposed, ਤੇ ਉਹ ਕੀ ਹੈ, ਨੀਲਮ ਸੰਜੀਵਾ ਰੈਡੀ। ਕੀ ਹੈ, ਨੀਲਮ ਸੰਜੀਵਾ ਨੀਲਮ ਸੰਜੀਵਾ ਰੈਡੀ। ਰੈਡੀ, ਸੰਜੀਵਾ ਰੈਡੀ ਯਾਦ ਰੱਖ ਲਓ ਭਾਵੇਂ। ਠੀਕ ਹੈ। ਠੀਕ ਹੈ तो फर्स्ट ਜਾਂ ਓਨਲੀ ਆਪਾਂ ਕਹਿ ਦਈਏ ਓਨਲੀ ਇੰਡੀਪੈਂਡੈਂਟ ਕੈਂਡੀਡੇਟ ਹੂ ਵਿਨ ਦਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਕੌਣ ਆ? ਗਿਰੀ ਵੀਵੀ ਗਿਰੀ। ਓਨਲੀ ਪ੍ਰੈਜ਼ੀਡੈਂਟ, ਵੀਵੀ ਗਿਰੀ ਬਾਈ। only president of India which was elected unopposed। ਨੀਲਮ ਰੈਡੀ। ਸੰਜੀਵਾ ਰੈਡੀ ਬੋਲ। फिर ਸੰਜੀਵਾ आ गया, हाँ फिर आ गया यार एक चीज लिखी नहीं गई। हाँ मैं ਤੁਹਾਨੂੰ ਇਹ ਵੈਸੇ ਹੀ ਦੱਸਦਾ, ਇੱਕ ਚੀਜ਼ ਲਿਖੀ ਨੀ। ਆਪਣਾ ਨਾ ਜੇ ਹੁਣ ਮੰਨ ਕੇ ਚੱਲੋ ਰਾਸ਼ਟਰਪਤੀ ਮਰ ਗਿਆ ਹਨਾ, ਸਮਝ ਲੱਗੀ, ਰਾਸ਼ਟਰਪਤੀ ਦਾ ਆਫਿਸ ਹਾਂ। ਖਾਲੀ ਹੋ ਗਿਆ ਕਿਸੇ ਵੀ ਕਾਰਨ ਕਰਕੇ ਹੋ ਗਿਆ, ਜਿਹੜੇ ਆਪਾਂ ਕਾਰਨ ਦੇ ਹਾਂ ਬਾਈ। ਫਿਰ ਵੋਟਾਂ ਤਾਂ ਪੈਣਗੀਆਂ 6 ਮਹੀਨਿਆਂ ਨੂੰ, ਵੀ 6 ਮਹੀਨਿਆਂ ਦੇ ਵਿੱਚ ਹੋਣੀਆਂ ਚਾਹੀਦੀਆਂ ਹਨਾ, ਮੰਨ ਕੇ ਚਲੋ 3 ਮਹੀਨਿਆਂ ਨੂੰ ਹੋਣ, 4 ਮਹੀਨਿਆਂ ਨੂੰ ਹੋਣ, 2 ਮਹੀਨਿਆਂ ਨੂੰ ਹੋਣ, ਵੀ 6 ਮਹੀਨਿਆਂ ਦੇ ਅੰਦਰ ਅੰਦਰ ਹੋ ਜਾਣੀਆਂ ਚਾਹੀਦੀਆਂ। ਪਰ ਜਿਹੜੇ ਉਹ 2 ਮਹੀਨੇ ਜਾਂ 3 ਮਹੀਨੇ ਆ, ਉਹਨੇ ਦਿਨ ਉਹਦੀ ਥਾਂ ਤੇ ਰਾਸ਼ਟਰਪਤੀ ਦੀ ਥਾਂ ਤੇ ਕੌਣ ਬਣੂਗਾ? ਉਹਨੇ ਦਿਨ ਰਾਸ਼ਟਰਪਤੀ ਕੌਣ ਬਣੂ? ਵਾਈਸ ਪ੍ਰੈਜ਼ੀਡੈਂਟ। ਵਾਈਸ ਪ੍ਰੈਜ਼ੀਡੈਂਟ। ਜੇ ਵਾਈਸ ਪ੍ਰੈਜ਼ੀਡੈਂਟ ਵੀ ਕਿਸੇ ਕਾਰਨ ਕਰਕੇ ਨਾ ਅਵੇਲੇਬਲ ਹੋਵੇ, ਭਾਵੇਂ ਉਹਦੀ ਵੀ ਡੈਥ ਹੋ ਜੇ ਜਾਂ ਉਹ ਵੀ ਹੈ ਨਹੀਂ ਵਾਈਸ ਪ੍ਰੈਜ਼ੀਡੈਂਟ, ਫਿਰ ਕੌਣ ਬਣੂਗਾ? ਫਿਰ ਗਵਰਨਮੈਂਟ। ਗਵਰਨਮੈਂਟ ਕਿਵੇਂ ਬਣ ਜੂਗੀ? ਬੰਦੇ ਦਾ ਆਫਿਸ ਇੱਕ ਦਾ, ਵੀ ਉਹ ਕੋਈ ਨਾ ਕੋਈ ਬੰਦਾ ਹੀ ਬਣੂ। ਕੌਣ ਬਣੂ ਬਾਈ? ਚੀਫ ਜਸਟਿਸ ਆਫ ਇੰਡੀਆ। ਇਹ ਚੀਜ਼ ਯਾਦ ਰੱਖਣੀ ਹੈ ਬਈ, ਠੀਕ ਹੈ ਬਾਈ। ਚੀਫ ਜੇ ਜਸਟਿਸ। ਜੇ ਰਾਸ਼ਟਰਪਤੀ ਆ ਪ੍ਰੈਜ਼ੀਡੈਂਟ ਹੈ ਨਾ ਆਪਣਾ, ਉਹਨੇ ਰਿਜ਼ਾਈਨ ਦੇਤਾ ਜਾਂ ਇੰਪੀਚਮੈਂਟ ਹੋ ਗਈ, ਇੱਕ ਵਾਰੀ ਆਫਿਸ ਜਮਾ ਖਾਲੀ ਹੋ ਗਿਆ ਨਾ, ਹੁਣ VOTING ਹੋਊਗੀ 6 ਮਹੀਨਿਆਂ ਦੇ ਵਿੱਚ, ਉਹਨੂੰ ਹਜੇ ਤੱਕ ਟਾਈਮ ਲੱਗ ਸਕਦਾ 2-3 ਮਹੀਨੇ VOTING ਨੂੰ ਤਾਂ। ਹਾਂ ਠੀਕ ਹੈ। ਬਾਈ। ਪਰ ਉਨੇ ਟਾਈਮ ਵਾਸਤੇ ਜਿਹੜਾ ਰਾਸ਼ਟਰਪਤੀ ਬਣੂਗਾ, ਪਹਿਲਾਂ ਕੀ ਬਣੂਗਾ? ਵਾਈਸ ਪ੍ਰੈਜ਼ੀਡੈਂਟ। ਜੇ ਵਾਈਸ ਪ੍ਰੈਜ਼ੀਡੈਂਟ ਵੀ ਹੈ ਨਹੀਂ ਤਾਂ ਕੌਣ ਬਣੂਗਾ? ਚੀਫ ਚੀਫ ਜਸਟਿਸ ਜਸਟਿਸ ਆਫ ਆਫ ਸੁਪਰੀਮ ਇੰਡੀਆ। ਕੋਰਟ। ਹਾਂ, ਚੀਫ ਜਸਟਿਸ ਆਫ ਠੀਕ ਹੈ। ਸੁਪਰੀਮ ਕੋਰਟ ਜਾਂ ਚੀਫ ਜਸਟਿਸ ਆਫ ਇੰਡੀਆ। ਆ ਵੇਖੋ ਅੱਗੇ, ਜਸਟਿਸ M ਹਦਾਇਤੁल्ला is the only person to perform the function of president 2 times in 2 different capacities। The first time in 1969 being the chief justice of India। ਠੀਕ ਹੈ। ਹਾਂ ਬਾਈ। ਤੇ ਦੂਜੀ ਵਾਰੀ ਕਦੋਂ? 1982 ਵਾਈਸ ਦੇ ਵਿੱਚ। ਪ੍ਰੈਜ਼ੀਡੈਂਟ ਆਫ। ਦੂਜੀ ਵਾਰੀ ਕਦੋਂ? 1982 ਦੇ ਵਿੱਚ। 1982। ਉਹ ਉਦੋਂ ਵਾਈਸ ਪ੍ਰੈਜ਼ੀਡੈਂਟ ਸੀਗਾ, ਪਹਿਲਾਂ ਉਹ ਚੀਫ ਜਸਟਿਸ ਸੀਗਾ ਜਦੋਂ ਉਹਨੂੰ ਉਹ ਡਿਊਟੀ ਨਿਭਾਉਣੀ ਪਈ ਸੀ ਰਾਸ਼ਟਰਪਤੀ ਦੇ ਬਣਨ ਵਾਲੀ। ਠੀਕ ਹੈ ਬਾਈ। ਓਕੇ, ਸਮਝ ਲੱਗ ਗਈ? ਹਾਂ ਹਾਂ ਬਾਈ। ਬਈ। ਚੱਲ ਗਏ ਅੱਗੇ। ਹਾਂ ਬਾਈ। ਅੱਗੇ ਆ ਗਿਆ ਪਾਵਰਸ ਐਂਡ ਫੰਕਸ਼ਨਸ ਆਫ ਦਾ ਪ੍ਰੈਜ਼ੀਡੈਂਟ। ਸੋ ਅੱਜ ਇਹ ਪ੍ਰੈਜ਼ੀਡੈਂਟ ਕੋਲੇ ਕਿੰਨੇ ਤਰ੍ਹਾਂ ਦੀਆਂ ਪਾਵਰਸ ਹੁੰਦੀਆਂ? ਵੇਖੋ ਕਿੰਨੀਆਂ ਪਾਵਰਾਂ ਇਹਦੇ ਕੋਲੇ। ਐਗਜ਼ੈਕਟਿਵ ਪਾਵਰਸ ਹੁੰਦੀਆਂ, ਠੀਕ ਹੈ, ਵੀ ਲਾਗੂ ਕਰਨ ਦੀਆਂ ਤਾਂ ਹੁੰਦੀਆਂ ਹੀ ਆ। ਐਗਜ਼ੈਕਟਿਵ ਹੈਡ ਹੀ ਆ ਨਾ। ਐਗਜ਼ੈਕਟਿਵ ਹੈਡ ਕੌਣ ਆ ਬਈ? ਗਵਰਨਮੈਂਟ ਦਾ, ਸਟੇਟ ਦਾ, ਸੌਰੀ ਐਗਜ਼ੈਕਟਿਵ ਹੈਡ ਆਫ ਸਟੇਟ ਕੌਣ ਆ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਹੀ ਆ। ਜਦੋਂ ਹੈਡ ਆਫ ਸਟੇਟ ਦੀ ਗੱਲ ਹੁੰਦੀ ਹੈ ਨਾ, ਤੇ ਐਗਜ਼ੈਕਟਿਵ ਖਾਸ ਕਰ ਐਗਜ਼ੈਕਟਿਵ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਪ੍ਰਧਾਨ ਮੰਤਰੀ ਤੋਂ ਜਿਹੜੀ ਉਹਦੀ ਮੰਤਰੀ ਪ੍ਰੀਸ਼ਦ ਹੈ, PM ਐਂਡ ਕਾਉਂਸਲ ਆਫ ਮਿਨਿਸਟਰ ਹੈ ਜਿਹੜੀ, ਉਹ ਕੀ ਆ? ਉਹ ਐਗਜ਼ੈਕਟਿਵ ਹੈ ਕਿ ਲੈਜਿਸਲੇਚਰ ਹੈ? ਐਗਜ਼ੈਕਟਿਵ। ਪੀਐਮ ਗਲਤੀ ਪ੍ਰਧਾਨ ਕੀ ਮੰਤਰੀ ਆ? ਦੀ। ਹਾਂ ਹਾਂ, ਪ੍ਰਧਾਨ ਮੰਤਰੀ ਕੀ ਹੈ?
ਐਗਜ਼ੈਕਟਿਵ ਦਾ ਪਾਰਟ ਉਹ ਹੈ ਲੈਜਿਸਲੇਟਿਵ ਲੈਜਿਸਲੇਟਿਵ ਲੈਜਿਸਲੇਚਰ ਦਾ ਕੀ ਕੰਮ ਹੁੰਦਾ? ਲੈਜਿਸਲੇਚਰ ਦਾ ਕੀ ਕੰਮ ਹੁੰਦਾ? ਲੈਜਿਸਲੇਟਿਵ ਕੌਂਸਲ ਹੁੰਦੀ ਹੈ ਇਹਨਾਂ ਦੀ ਪੀਐਮ ਦੀ ਸਾਰੀ ਹੈ ਜਿਵੇਂ ਸਟੇਟ ਲੈਜਿਸਲੇਟਿਵ ਐਮਪੀ ਵਗੈਰਾ ਆ ਗਏ ਇਹਦੇ ਵਿੱਚ। ਹਾਂ ਐਮਪੀ ਵਗੈਰਾ ਆ ਗਏ ਤੇ ਐਮਪੀ ਤੇ ਪੀਐਮ ਦਾ ਕੀ ਸੰਬੰਧ ਹੈ ਬਈ? ਪੀਐਮ ਤੇ ਐਮਪੀ ਇੱਕ ਹੁੰਦੇ ਆ? ਨਹੀਂ ਨਹੀਂ ਲੈਜਿਸਲੇਚਰ ਜਿਹੜਾ ਉਹੀ ਐਮਪੀ ਹੋਰੀ ਹੁੰਦੇ ਆ ਹਾਂ ਤੇ ਕੀ ਕਰਦੀ ਸਾਰੇ। ਕੀ ਹੈ ਲੈਜਿਸਲੇਚਰ, ਕਾਹਤੋਂ ਬਣਦੀ ਹੈ, ਕੀ ਹੁੰਦਾ ਲੈਜਿਸਲੇਚਰ? ਇਹੀ ਉਹਨੂੰ ਕਾਨੂੰਨ ਵਗੈਰਾ ਇਹੀ ਬਣਾਉਂਦੀ ਆ, ਕਾਨੂੰਨ ਬਣਾਉਂਦੀ ਨਹੀਂ ਬਣਾਉਂਦੇ ਗੇ ਹੈਗਾ? ਲਾਗੂ ਬਣਾਉਂਦੀ ਸ਼ਾਬਾਸ਼। ਹਾਂ ਇਹ ਬਣਾਉਂਦੀ ਲਾਗੂ ਤਾਂ ਦੂਜੀ ਕਰਦੀ ਆ ਐਗਜ਼ੈਕਟਿਵ। ਮੈਂ ਤੇਰੇ ਤੋਂ ਕੀ ਪੁੱਛਿਆ ਨਾ, ਐਗਜ਼ੈਕਟਿਵ ਦਾ ਕੰਮ ਹੀ ਪੁੱਛਿਆ ਨਾ ਮੈਂ ਤੇਰੇ ਤੋਂ। ਐਗਜ਼ੈਕਟਿਵ ਲਾਗੂ ਹਾਂ ਲਾਗੂ ਕਰਦੀ ਹੈ। ਤੇ ਐਗਜ਼ੈਕਟਿਵ ਕੌਣ ਹੁੰਦੀ ਹੈ? ਐਗਜ਼ੈਕਟਿਵ ਲਾਗੂ ਕੌਣ ਕਰਦਾ ਹੁਣ ਆਪਣੇ ਇੱਥੇ ਭਾਰਤ ਦੇ ਵਿੱਚ ਕਾਨੂੰਨ? ਉਹੀ ਪ੍ਰਧਾਨ ਮੰਤਰੀ। ਤੇ ਫਿਰ ਪ੍ਰਧਾਨ ਮੰਤਰੀ ਲੈਜਿਸਲੇਚਰ ਹੈ ਕਿ ਐਗਜ਼ੈਕਟਿਵ ਹੈ? ਐਗਜ਼ੈਕਟਿਵ ਹੈ। ਫਿਰ ਲੱਗ ਗਿਆ ਪਤਾ ਐਗਜ਼ੈਕਟਿਵ ਕੌਣ ਆ? ਵੀ ਹਾਂ ਅਸਲ ਬਈ ਚ ਹਾਂ ਪੀਐਮ ਤੇ ਉਹਦੀ ਕਾਉਂਸਲ ਆਫ ਮਿਨਿਸਟਰ ਐਗਜ਼ੈਕਟਿਵ ਹੁੰਦੀ ਹੈ, ਠੀਕ ਹੈ। ਹਾਂ ਸੋ ਬਈ ਹਾਂ ਵੀ ਕੰਮ ਤਾਂ ਸਾਰੇ ਕਰਦੇ ਪੀਐਮ ਤੇ ਉਹਦੀ ਕਾਉਂਸਲ ਆਫ ਮਿਨਿਸਟਰੀ, ਪਰ ਰੀਅਲ ਹੈਡ ਕੌਣ ਆ ਉਸ ਐਗਜ਼ੈਕਟਿਵ ਦਾ? ਰਾਸ਼ਟਰਪਤੀ ਹੀ ਆ। ਵੀ ਕਿਉਂਕਿ ਨਾ ਤਾਂ ਰਾਸ਼ਟਰਪਤੀ ਤੇ ਠੀਕ ਹੈ। ਚੱਲਦਾ ਨਾ, ਪ੍ਰਧਾਨ ਮੰਤਰੀ ਤੇ ਉਹਦੀ ਕਾਉਂਸਲ ਆਫ ਮਿਨਿਸਟਰ ਕੋਈ ਮਰਜ਼ੀ ਫੈਸਲਾ ਲੈ ਲੈਣ, ਭਾਵੇਂ ਕਹਿ ਦੇਣ ਵੀ ਉਹਨਾਂ ਦੇ ਹੱਥ ਆ ਵੀ ਉਹ ਕਹਿ ਦੇਣ ਵੀ ਹਾਂ ਆਪਾਂ ਜੰਗ ਲਾ ਦਈਏ ਪਾਕਿਸਤਾਨ ਨਾਲ, ਪਰ ਉਹਦੇ ਤੇ ਸਾਈਨ ਕਿਹਦੇ ਚੱਲਣਗੇ? ਰਾਸ਼ਟਰਪਤੀ ਤੇ ਚੱਲਣਗੇ। ਫੈਸਲਾ ਉਹਨਾਂ ਦਾ ਠੀਕ ਹੈ ਹੁੰਦਾ ਪੀਐਮ ਤੇ ਕਾਉਂਸਲ ਆਫ ਮਿਨਿਸਟਰ ਦਾ, ਪਰ ਨਾ ਕਿਹਦਾ ਚੱਲਦਾ? ਪ੍ਰੈਜ਼ੀਡੈਂਟ ਦਾ। ਸੋ ਰਾਸ਼ਟਰਪਤੀ ਤਾਂ ਕਰਕੇ ਕਹਿੰਦੇ ਆ ਵੀ ਐਗਜ਼ੈਕਟਿਵ ਹੈਡ ਆਫ ਸਟੇਟ ਕੌਣ ਆ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ। ਫਿਰ ਇਹਦੇ ਕੋਲ ਐਗਜ਼ੈਕਟਿਵ ਪਾਵਰਸ ਹੈਗੀਆਂ ਨਾ, ਫਿਰ ਇਹਦੇ ਹਾਂ ਕੋਲ ਬਈ ਲੈਜਿਸਲੇਟਿਵ ਪਾਵਰਸ ਵੀ ਹੈਗੀਆਂ। ਉਹ ਆਪਾਂ ਵੇਖਾਂਗੇ ਵੀ ਇਹ ਕਾਨੂੰਨ ਪ੍ਰੈਜ਼ੀਡੈਂਟ ਵੀ ਕਾਨੂੰਨ ਬਣਾ ਸਕਦਾ। ਮਤਲਬ ਜਿੱਥੇ ਮੈਂ ਪ੍ਰੈਜ਼ੀਡੈਂਟ ਵਰਡ ਯੂਜ਼ ਕਰੂੰਗਾ ਨਾ, ਪ੍ਰੈਜ਼ੀਡੈਂਟ ਆ ਕੰਮ ਕਰ ਸਕਦਾ, ਅਸਲ 'ਚ ਉਹ ਕੰਮ ਕੌਣ ਕਰੂਗਾ? ਪੀਐਮ ਤੇ ਉਹਦੀ ਕਾਉਂਸਲ ਆਫ ਮਿਨਿਸਟਰ ਕਰੂਗੀ। ਸਮਝ ਲੱਗੀ? ਠੀਕ ਹੈ। ਕਿਉਂਕਿ ਪ੍ਰੈਜ਼ੀਡੈਂਟ ਨੇ ਆਪ ਤਾਂ ਸਿੱਧਾ ਨਹੀਂ ਕੰਮ ਕਰਨਾ ਹੁੰਦਾ ਗਾ, ਪੀਐਮ ਤੇ ਉਹਦੀ ਕਾਉਂਸਲ ਆਫ ਮਿਨਿਸਟਰ ਨੇ ਕੰਮ ਕਰਨਾ, ਰਾਸ਼ਟਰਪਤੀ ਦੇ ਸਾਈਨ ਚੱਲਣੇ। ਪਰ ਕਿਹਾ ਇਹ ਜਾਂਦਾ ਵੀ ਰਾਸ਼ਟਰਪਤੀ ਕਰੂਗਾ, ਹਨਾ, ਵੀ ਰਾਸ਼ਟਰਪਤੀ ਦੀਆਂ ਪਾਵਰਾਂ 'ਚ ਠੀਕ ਹੈ ਬਈ। ਇਹਦੇ ਪਰ ਸਾਈਨ ਨਹੀਂ ਹੁੰਦੇ ਆ ਵੀ ਜੇ ਆਪਾਂ ਵੈਸੇ ਸੱਚੀ ਮੁੱਚੀ ਵੇਖੀਏ ਤੇ ਇਹਨੇ ਆਪ ਨਹੀਂ ਕੁਝ ਕਰਨਾ ਉਹਨਾਂ ਨੇ, ਇਹਦੇ ਸਾਈਨ ਨਹੀਂ ਹੋਣੇ, ਕੰਮ ਕਰਨੇ ਉਹਨਾਂ ਨੇ। ਪੀਐਮ ਤੇ ਦੀ ਕਾਉਂਸਲ ਆਫ ਮਿਨਿਸਟਰ ਉਹਨਾਂ ਦੇ ਦਿਮਾਗ 'ਚ ਜਿਹੜਾ ਆਈਡੀਆ ਆ ਗਿਆ ਕਰਨਾ ਉਹਨਾਂ ਨੇ ਉਹੀ ਹੈ, ਪਰ ਇਹਦੇ ਸਾਈਨ ਕਰਾ ਲੈਣੇ। ਫਿਰ ਕਿਹੜੀਆਂ ਕਿਹੜੀਆਂ ਪਾਵਰਸ? ਲੈਜਿਸਲੇਟਿਵ ਪਾਵਰਸ ਵੀ ਹੁੰਦੀਆਂ, ਫਾਈਨੈਂਸ਼ੀਅਲ ਪਾਵਰਸ ਹੁੰਦੀਆਂ, ਹਨਾ, ਵੇਖੀ ਚੱਲੋ। ਹਾਂ ਬਈ ਜੁਡੀਸ਼ੀਅਲ ਪਾਵਰਸ ਵੀ ਹੈਗੀਆਂ ਇਹਦੇ ਕੋਲੇ। ਫਿਰ ਡਿਪਲੋਮੈਟਿਕ ਪਾਵਰਸ ਆ, ਮਿਲਟਰੀ ਪਾਵਰਸ ਆ ਤੇ ਐਮਰਜੈਂਸੀ ਪਾਵਰਸ ਆ। ਹੁਣ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਗਜ਼ੈਕਟਿਵ ਪਾਵਰਸ ਦੀ। ਐਗਜ਼ੈਕਟਿਵ ਪਾਵਰਸ, ਠੀਕ ਹੈ, ਲਾਗੂ ਕਰਨ ਦੀਆਂ ਪਾਵਰਸ ਕਿਹੜੀਆਂ ਕਿਹੜੀਆਂ ਇਹਦੇ ਕੋਲੇ? ਦ ਐਗਜ਼ੈਕਟਿਵ ਪਾਵਰਸ ਐਂਡ ਫੰਕਸ਼ਨਸ ਆਫ ਪ੍ਰੈਜ਼ੀਡੈਂਟ ਆਰ, ਕਿਹੜੇ ਕਿਹੜੇ ਆ? all executive actions of the government of India are formally taken in the name of president। ਪ੍ਰੈਜ਼ੀਡੈਂਟ। ਜਿੰਨੇ ਵੀ ਫੰਕਸ਼ਨ ਹੋਣਗੇ ਐਗਜ਼ੈਕਟਿਵ ਫੰਕਸ਼ਨ, ਜਿੰਨੇ ਵੀ ਐਕਸ਼ਨ ਲਊਗੀ ਗਵਰਨਮੈਂਟ ਆਫ ਇੰਡੀਆ, ਉਹ ਸਾਰੇ ਦੇ ਸਾਰੇ ਕਿਹਦੇ ਨਾਂ ਤੇ ਲਏ ਜਾਣਗੇ? ਪ੍ਰੈਜ਼ੀਡੈਂਟ ਦੇ ਨਾਲ। ਪ੍ਰੈਜ਼ੀਡੈਂਟ ਦੇ। ਸਮਝ ਲੱਗ ਗਈ? ਆਲ ਦਾ ਐਗਜ਼ੈਕਟਿਵ ਮੈਂ ਤੁਹਾਨੂੰ ਦੱਸਿਆ ਨਾ ਵੀ ਕਾਰਜਪਾਲਿਕਾ, ਹਨਾ, ਜਿਨ੍ਹਾਂ ਨੇ ਕੰਮ ਕਰਨਾ। ਹਾਂ ਬਈ ਸੋ ਜਿੰਨੇ ਵੀ ਐਕਸ਼ਨ ਲੈਣੇ ਆ ਤਾਂ ਆਲ ਦਾ ਐਗਜ਼ੈਕਟਿਵ ਆਫ ਦਾ ਗਵਰਨਮੈਂਟ ਆਫ ਇੰਡੀਆ ਆਰ ਫਾਰਮਲੀ ਹੁੰਦਾ ਰਸਮੀ ਤੌਰ ਤੇ, ਵੀ ਰਸਮੀ ਤੌਰ ਤੇ ਮਤਲਬ ਵੀ ਕਾਗਜ਼ੀ ਤੌਰ ਤੇ, ਹਨਾ, ਵੀ ਇੱਕ ਤਾਂ ਪੈਰ ਉਹੀ ਬੋਲ ਕੇ ਗੱਲ ਕਹਿਤੀ ਤੇ ਹੁਣ ਬੋਲ ਕੇ ਸਰਕਾਰਾਂ 'ਚ ਕੰਮ ਬੋਲ ਕੇ ਨਹੀਂ ਨਾ ਹੁੰਦੇ, ਸਰਕਾਰਾਂ 'ਚ ਤਾਂ ਸਾਰਾ ਕੰਮ ਲਿਖਤੀ ਚੱਲਦਾ, ਹਨਾ, ਉਹ ਫਾਰਮਲੀ ਚੱਲਦਾ। ਸੋ ਫਾਰਮਲੀ ਟੇਕਨ ਹਾਂ ਔਨ ਦਾ ਇਨ ਦਾ ਨੇਮ ਆਫ ਪ੍ਰੈਜ਼ੀਡੈਂਟ। ਇੰਨਾ ਪਤਾ ਲੱਗ ਗਿਆ? ਹਾਂ ਬਈ ਹਾਂ ਬਈ। ਫਿਰ ਹੀ ਕੈਨ ਮੇਕ ਰੂਲਸ ਸਪੈਸੀਫਾਈਂਗ ਦਾ ਮੈਨਰ ਇਨ ਵਿਚ ਦਾ ਆਰਡਰ। ਇਹਨੂੰ ਤੁਸੀਂ ਛੱਡੋ, ਤੁਹਾਡੇ ਕੰਮ ਦੀ ਗੱਲ ਨਹੀਂ, ਇਹ ਪੁਆਇੰਟ ਕਾਟਾ ਮਾਰ ਦਿਓ, ਠੀਕ ਹੈ। ਅੱਗੇ ਵੇਖੋ, ਪਹਿਲੇ ਪੁਆਇੰਟ 'ਚ ਤਾਂ ਇਹ ਹੈਗਾ ਨਾ ਵੀ ਸਾਰੇ ਦੇ ਸਾਰੇ ਕੰਮ ਜਿੰਨੇ ਵੀ ਗਵਰਨਮੈਂਟ ਆਫ ਇੰਡੀਆ ਕਰੂਗੀ ਕਿਹਦੇ ਨਾਂ ਤੇ ਕਰੂਗੀ? ਰਾਸ਼ਟਰਪਤੀ ਦੇ। ਇੱਕ ਤਾਂ ਐਗਜ਼ੈਕਟਿਵ ਪਾਵਰ ਉਹਦੀ ਹੋ ਗਈ ਇਹ। ਦੂਜੀ ਐਗਜ਼ੈਕਟਿਵ ਪਾਵਰ ਕੀ ਹੈ? ਹੀ ਅਪੁਆਇੰਟਸ, ਕਿਹੜੇ 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 ਬੰਦਿਆਂ ਨੂੰ ਅਪੁਆਇੰਟ ਕਰਦਾ?
ਪ੍ਰਾਈਮ ਮਿਨਿਸਟਰ ਨੂੰ ਵੀ ਅਪਾਇੰਟ ਕਰਦਾ ਉਹ, ਹਨਾ। ਹੀ ਅਪਾਇੰਟਸ ਪ੍ਰਾਈਮ ਮਿਨਿਸਟਰ ਐਂਡ ਅਦਰ ਮਿਨਿਸਟਰ। ਜਿਹੜੇ ਮੰਤਰੀ ਆ ਮੰਤਰੀਆਂ ਨੂੰ ਵੀ ਅਪਾਇੰਟ ਕੌਣ ਕਰਦਾ ਵੀ ਮੰਤਰੀਆਂ ਨੂੰ ਅਪਾਇੰਟ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ, ਠੀਕ ਹੈ। ਪੀਐਮ ਨੂੰ ਅਪਾਇੰਟ ਕੌਣ ਕਰਦਾ? ਪ੍ਰੈਜ਼ੀਡੈਂਟ। ਪੁਆਇੰਟ ਕਿੰਨਾ ਵੀ ਰੱਖਣਾ ਉਹਦਾ ਦੇਣਾ ਅਪਾਇੰਟ ਹਾਂ ਲਾਉਣਾ, ਠੀਕ ਹੈ। ਹੁਣ ਇੱਥੇ ਵਰਡ ਆ ਗਿਆ ਅਪਾਇੰਟ, ਕਿਤੇ ਹੁੰਦਾ ਨੋਮੀਨੇਟ, ਠੀਕ ਹੈ। ਠੀਕ ਹੈ ਤੇ ਇੱਕ ਹੁੰਦਾ ਇਲੈਕਟਡ। ਇਹ ਤਿੰਨ ਚੀਜ਼ਾਂ ਹੁੰਦੀਆਂ, ਇਹਨਾਂ ਤਿੰਨਾਂ 'ਚ ਫਰਕ ਯਾਦ ਰੱਖਣਾ। ਇੱਥੇ ਨੋਮੀਨੇਟ ਨਹੀਂ ਕਰ ਰਿਹਾ ਹੈਗਾ, ਹਾਂ ਬਈ। ਇੱਥੇ ਕੀ ਕਰ ਰਿਹਾ ਉਹ? ਅਪਾਇੰਟ ਕਰ ਰਿਹਾ। ਇਹਦੇ 'ਚ ਫਰਕ ਜੇ ਤੁਸੀਂ ਵੇਖਣਾ ਅਪਾਇੰਟਮੈਂਟ ਤੇ ਨੋਮੀਨੇਸ਼ਨ ਦੇ ਵਿੱਚ ਮੇਨ ਕੀ ਹੁੰਦਾ ਵੀ ਨੋਮੀਨੇਟ ਜਿਵੇਂ ਆਪਾਂ ਕਹਿ ਦਿੰਦੇ ਵੀ ਉਹ 12 ਮੈਂਬਰਾਂ ਨੂੰ ਨੋਮੀਨੇਟ ਕਰਦਾ ਰਾਜ ਸਭਾ ਦੇ, ਹਾਂ ਬਈ, ਹਨਾ। ਵੀ ਉਹ ਉਹਨਾਂ ਦੀ ਕਹਿਣ ਦਾ ਮਤਲਬ ਯਾਰ ਵੀ ਵੈਸੇ ਉਹਨਾਂ ਦੀ ਐਲੀਜੀਬਿਲਟੀ ਦਾ ਇੰਨਾ ਕੋਈ ਚੱਕਰ ਨਹੀਂ ਹੁੰਦਾ ਗਾ, ਹਨਾ। ਵੀ ਉਹ ਕਿਸੇ ਨੂੰ ਵੀ ਰੱਖ ਸਕਦਾ ਵੈਸੇ, ਤਾਂ ਕਰਕੇ ਨੋਮੀਨੇਸ਼ਨ ਆ। ਇੱਥੇ ਕੀ ਹੈ ਵੀ ਇੱਥੇ ਤਰਸ ਦੇ ਆਧਾਰ ਤੇ ਨਹੀਂ, ਵੀ ਉਹ ਹੈ ਤਾਂ ਉਹਨਾਂ ਦਾ ਯੋਗਤਾ ਤਾਂ ਹੈਗੀ ਆ, ਪਰ ਫਿਰ ਵੀ ਉਹ ਕਿਸੇ ਹੱਦ ਤੱਕ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਹਾਂ ਵੀ ਉਹ ਆਪਦੀ ਮਰਜ਼ੀ ਨਾਲ ਰੱਖ ਲਿਆ। ਇੱਥੇ ਇਹ ਆ ਵੀ ਹਨਾ ਇਹਨਾਂ ਦੀ ਯੋਗਤਾ ਬਣਦੀ ਹੈ, ਹਾਂ ਵੀ ਉਹ ਉਹਨਾਂ ਨੇ ਉਹ ਬਣਨਾ ਹੀ ਆ ਬਸ, ਹਨਾ। ਤੇ ਉਹਨੂੰ ਅਪਾਇੰਟ ਕਰਨਾ ਪੈਣਾ। ਠੀਕ ਹੈ। He appoints prime minister and other ministers, chief justice and judges of Supreme Court, high court and the attorney general of India. The comptroller and auditor general of India, ਉਹਨੂੰ ਵੀ ਇਹੀ ਕਰੂਗਾ। Chairman and members of UPSC ਜਿਹੜਾ IAS ਦਾ ਪੇਪਰ ਲੈਂਦੇ ਆ ਉਹ ਹੁੰਦੇ ਆ। Chief election commissioner and ਅਦਰ ਮੈਂਬਰਸ ਆਫ ਇਲੈਕਸ਼ਨ ਕਮਿਸ਼ਨ ਦਾ ਵੀ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੋਊਗਾ ਉਹਨੂੰ ਵੀ ਇਹੀ ਅਪਾਇੰਟ ਕਰੂ। ਗਵਰਨਰਸ ਨੂੰ, ਮੈਂਬਰਸ ਆਫ ਫਾਈਨਾਂਸ ਕਮਿਸ਼ਨ ਨੂੰ। ਕਿਹੜੇ ਬੰਦਿਆਂ ਨੂੰ ਅਪਾਇੰਟ ਕਰਦਾ ਬਤਾ ਇਹ ਦੱਸੀ ਕਰਾਂ। ਐਡੀਟਰ ਜਨਰਲ ਵੇਖ ਕੇ ਦੱਸ ਦੇ। ਪਹਿਲਾਂ ਅਟਾਰਨੀ ਸਾਰਿਆਂ ਤੋਂ ਪਹਿਲਾਂ ਕੀ ਹੁੰਦਾ ਆਪਣੇ ਤੇ? ਚੀਫ ਜਸਟਿਸ। ਪਹਿਲਾਂ ਪ੍ਰਾਈਮ ਮਿਨਿਸਟਰ ਨੂੰ ਕਰੂਗਾ। ਉਹ ਪਹਿਲੇ ਦੂਜੇ ਨੰਬਰ ਦਾ ਕੋਈ ਚੱਕਰ ਨਹੀਂਗਾ। ਵੈਸੇ ਤੁਹਾਨੂੰ ਦੱਸੀ ਜਾਂਦਾ ਵੀ ਹਾਂ ਪ੍ਰਾਈਮ ਮਿਨਿਸਟਰ ਤੋਂ ਸ਼ੁਰੂ ਕਰੋ ਨਾ। ਪ੍ਰਾਈਮ ਮਿਨਿਸਟਰ ਨੂੰ ਵੀ ਉਹੀ ਲਾਉਂਦਾ, ਉਹਦੀ ਕਾਉਂਸਲ ਆਫ ਮਿਨਿਸਟਰ ਨੂੰ ਵੀ ਉਹੀ ਅਪਾਇੰਟ ਕਰਦਾ। ਇਹ ਵਰਡ ਉਹੀ ਬੋਲਿਆ ਕਰੋ, ਪ੍ਰਾਈਮ ਮਿਨਿਸਟਰ ਨੂੰ ਅਪਾਇੰਟ ਕਰਦਾ। ਕਾਉਂਸਲ ਆਫ ਮਿਨਿਸਟਰਸ ਨੂੰ ਵੀ ਕੀ ਕਰਦਾ? ਅਪਾਇੰਟ ਕਰਦਾ। ਬੋਲ ਫਿਰ। ਹਾਂ ਅੱਗੇ ਹੋਰ ਕਿਹਨੂੰ ਅਪਾਇੰਟ ਕਰਦਾ? ਚੀਫ ਜਸਟਿਸ ਨੂੰ ਅਪਾਇੰਟ ਕਰਦਾ। ਹਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਅਪਾਇੰਟ ਕਰਦਾ ਵੀ ਤੇ ਹਾਈ ਕੋਰਟ ਦੇ ਜੱਜਾਂ ਨੂੰ ਅਪਾਇੰਟ ਕਰਦਾ। ਇੱਕ ਮਿੰਟ, ਹੁਣ ਇੱਥੇ ਧਿਆਨ ਨਾਲ ਵੇਖੀ ਚੱਲੋ। ਹਾਈ ਕੋਰਟ ਦੇ ਜੱਜਾਂ ਨੂੰ ਕੌਣ ਅਪਾਇੰਟ ਕਰਦਾ? ਮੈਂ ਕੱਲ ਨੂੰ ਪੁੱਛਣੇ ਆ। ਹਾਈ ਕੋਰਟ ਦੇ ਜੱਜਾਂ ਨੂੰ ਕੌਣ ਅਪਾਇੰਟ ਕਰਦਾ? ਪ੍ਰੈਜ਼ੀਡੈਂਟ। ਗਵਰਨਰ ਨਹੀਂ ਕਰ ਰਿਹਾ। ਠੀਕ ਹੈ। ਦਿਮਾਗ ਚ ਤੇ ਅਟਾਰਨੀ ਜਨਰਲ ਅਟਾਰਨੀ ਜਨਰਲ ਆਫ ਇੰਡੀਆ ਇਹਨੂੰ ਵੀ ਉਹ ਪ੍ਰੈਜ਼ੀਡੈਂਟ ਅਪਾਇੰਟ ਕਰਦਾ। ਕੰਟਰੋਲਰ ਐਂਡ ਐਡੀਟਰ ਜਨਰਲ ਨੂੰ ਇਹ ਅਪਾਇੰਟ ਕਰਦਾ। ਚੇਅਰਮੈਨ ਆਫ ਮੈਂਬਰਸ ਤੇ UPSC ਚੀਫ ਇਲੈਕਸ਼ਨ ਕਮਿਸ਼ਨਰ ਨੂੰ ਇਹ ਨਹੀਂ। ਚੇਅਰਮੈਨ ਦੇਖੋ, UPSC ਇੱਕ ਸੰਸਥਾ, ਠੀਕ ਹੈ। ਜਿਹੜਾ ਉਹਦਾ ਚੇਅਰਮੈਨ ਆਉਣਾ ਉਹਨੂੰ ਵੀ ਕੌਣ ਅਪਾਇੰਟ ਕਰੂਗਾ? ਰਾਸ਼ਟਰਪਤੀ। ਚੇਅਰਮੈਨ ਐਂਡ ਮੈਂਬਰਸ। ਹੁਣ ਮੈਂਬਰ ਹੋ ਸਕਦਾ UPSC ਦੇ 5 ਮੈਂਬਰ ਹੋਣਾ, ਹਨਾ। ਜਿਹੜੇ ਉਹਦੇ ਮੈਂਬਰ ਹੋਣਗੇ ਤੇ ਨਾਲ ਹੀ ਉਹਦੇ ਚੇਅਰਮੈਨ, ਉਹਨੂੰ ਕੌਣ ਅਪਾਇੰਟ ਕਰੂਗਾ? ਪ੍ਰੈਜ਼ੀਡੈਂਟ। ਚੇਅਰਮੈਨ ਐਂਡ ਮੈਂਬਰਸ ਆਫ UPSC, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਠੀਕ ਹੈ। ਹਾਂ ਫਿਰ ਅਸੀਂ ਚੇਅਰਮੈਨ ਐਂਡ ਜਾਂ ਕਹ ਲਓ ਚੀਫ ਇਲੈਕਸ਼ਨ ਕਮਿਸ਼ਨਰ ਐਂਡ ਅਦਰ ਮੈਂਬਰਸ ਆਫ ਇਲੈਕਸ਼ਨ ਕਮਿਸ਼ਨ ਦੇ ਵਿੱਚ ਵੀ 3 ਮੈਂਬਰ ਹੁੰਦੇ ਆ। ਉਹਨਾਂ 'ਚ ਇੱਕ ਹੁੰਦਾ ਉਹਨਾਂ ਦਾ ਮੁਖੀ ਚੀਫ ਇਲੈਕਸ਼ਨ ਕਮਿਸ਼ਨਰ, ਤੇ 2 ਉਹਦੇ ਨਾਲ ਦੇ ਹੁੰਦੇ ਆ। ਉਹ ਤਿੰਨੇ ਦੇ ਤਿੰਨੇ ਮੈਂਬਰਾਂ ਨੂੰ ਕੌਣ ਅਪਾਇੰਟ ਕਰਦਾ? ਰਾਸ਼ਟਰਪਤੀ, ਪ੍ਰੈਜ਼ੀਡੈਂਟ। ਫਿਰ ਮੈਂਬਰਸ ਆਫ ਫਾਈਨਾਂਸ ਕਮਿਸ਼ਨਰ ਤੇ ਆ ਇੱਕ ਗਵਰਨਰ ਨੂੰ ਵੀ ਕਰਦਾ। ਠੀਕ ਆ, ਸਮਝ ਲੱਗ ਗਈ? ਇਹ ਵੀ ਉਹਦੀ ਕੀ ਹੈ? ਐਗਜ਼ੈਕਟਿਵ ਪਾਵਰ ਆ। ਵੇਖੋ ਵੀ ਉਹ ਹਨਾ ਕੰਮ ਕਰ ਰਿਹਾ। ਉਹ ਵੇਖੋ ਕਾਨੂੰਨ ਬਣ ਜਾਣਾ, ਕੰਮ ਕਰਨਾ ਨਹੀਂ ਹੁੰਦਾ। ਠੀਕ ਹੈ। ਕਾਨੂੰਨ ਬਣ ਗਿਆ, ਉਹਨੂੰ ਲਾਗੂ ਤਾਂ ਕਰੋਗੇ ਨਾ।
ਉਹਨੂੰ ਪਾਵਰ ਦੇ ਹਾਂ ਵੀ ਬਈ। ਹੁਣ ਉਹ ਬੰਦਿਆਂ ਨੂੰ ਲਾਤਾ ਉਹਨੇ ਡਿਊਟੀਆਂ ਦੇ ਦਿੱਤੀਆਂ ਵੀ ਉਹਦੀ ਕੀ ਹੈ ਐਗਜ਼ੈਕਟਿਵ ਪਾਵਰ। ਜੇ ਉਹਨੇ ਕਹਿੰਦਾ ਵੀ ਹਾਂ ਆਹ ਕਾਨੂੰਨ ਬਣਾ ਦਿਓ ਹਨਾ ਵੀ ਭਾਰਤ ਦੇ ਸਾਰੇ ਬੰਦੇ ਆਹ ਚੀਜ਼ ਫੋਲੋ ਕਰਨਗੇ, ਉਹ ਇੱਕ ਕਾਨੂੰਨ ਆ। ਤੇ ਕਾਨੂੰਨ ਨੂੰ ਬਾਅਦ ਚ ਵੀ ਹਾਂ ਵੀ ਫੋਲੋ ਸੱਚੀ ਕਰਨ ਲੋਕੀ, ਉਹ ਚੀਜ਼ ਨੂੰ ਆਪਾਂ ਕਹਿੰਦੇ ਹਾਂ ਲਾਗੂ ਕਰਨਾ। ਠੀਕ ਆ। ਠੀਕ ਹੈ ਸੋ ਅੱਗੇ ਵੇਖੋ ਹੀ ਠੀਕ ਕੈਨ ਹੈ ਸੀਕ ਐਨੀ ਇਨਫੋਰਮੇਸ਼ਨ ਰਿਲੇਟਿੰਗ ਟੂ ਦ ਐਡਮਿਨਿਸਟ੍ਰੇਸ਼ਨ ਆਫ ਅਫੇਅਰਸ ਆਫ ਦ ਯੂਨੀਅਨ ਐਂਡ ਪ੍ਰਪੋਜ਼ਲ ਫਾਰ ਦ ਲੈਜਿਸਲੇਸ਼ਨ ਫਰੋਮ ਦ ਪ੍ਰਾਈਮ ਮਿਨਿਸਟਰ। ਉਹ ਯਾਰ ਗੱਲ ਸਿੱਧੀ ਹੈ। ਤੀਜਾ ਪੁਆਇੰਟ ਇਹ ਹੈ ਵੀ ਪ੍ਰਾਈਮ ਮਿਨਿਸਟਰ ਤੋਂ ਕੋਈ ਵੀ ਇਨਫੋਰਮੇਸ਼ਨ ਮੰਗ ਸਕਦਾ ਸਰਕਾਰ ਦੇ ਰਿਲੇਟਡ, ਵੀ ਤੁਸੀਂ ਕੀ ਕਰਦੇ ਆ, ਆਹ ਕਾਹਤੋਂ ਕਰੀ ਜਾਂਦੇ ਆ, ਇਹ ਉਹਦਾ ਰਾਈਟ ਹੈ। ਇਹ ਨਹੀਂ ਵੀ ਹਾਂ ਵੀ ਮੰਨ ਕੇ ਚਲੋ ਸਾਈਨ ਉਹਦੇ ਕਰਾ ਲੈਂਦੇ ਤੁਹਾਨੂੰ ਦੱਸਣੀ ਕੁਛ ਨਾ ਗੋਬਿੰਦ ਸਾਹਿਬ ਨੂੰ ਅੱਗੇ ਪਤਾ। ਹੈਲੋ ਹਾਂ ਬਈ ਹਾਂ। ਹਾਂ ਬਈ। ਠੀਕ ਹੈ, ਉਹ ਕੋਈ ਵੀ ਇਨਫੋਰਮੇਸ਼ਨ ਉਹਨਾਂ ਤੋਂ ਮੰਗ ਸਕਦਾ। ਫਿਰ ਹੀ ਕੈਨ ਅਪੁਆਇੰਟ ਅ ਕਮਿਸ਼ਨ ਟੂ ਦ ਇਨਵੈਸਟੀਗੇਟ ਇਨਟੂ ਕੰਡੀਸ਼ਨਸ ਆਫ SC ST ਐਂਡ ਅਦਰ ਬੈਕਵਰਡ ਕਲਾਸਿਸ। ਠੀਕ ਹੈ ਵੀ ਜੇ ਹੁਣ SC ਜਾਂ ST ਜਾਂ ਕੋਈ ਹੋਰ OBC ਕਲਾਸ ਦੇ ਨਾਲ ਸੰਬੰਧਿਤ ਹੈ ਨਾ, ਵੀ ਕਿਸੇ ਹਾਂ ਬਈ ਹਾਂ। ਵੀ ਉਹਨਾਂ ਦੀ ਹਾਲਤ ਕੋਈ ਕਿਸੇ ਵੀ ਜਾਤ ਦੀ ਮਾੜੀ ਹੋ ਰਹੀ ਹੈ ਵੀ ਜਾਂ ਕੋਈ ਨਾ ਕੋਈ ਹਨਾ ਧੱਕਾ ਹੋ ਰਿਹਾ ਕੋਈ ਵੀ ਸਮਾਜ ਦੇ ਵਿੱਚ ਉਹਨਾਂ ਨਾਲ, ਜਿਵੇਂ ਉਹਨਾਂ ਦੇ ਨਾਲ ਸੰਬੰਧਿਤ ਕੋਈ ਕਮਿਸ਼ਨ ਬਿਠਾਉਣਾ ਵੀ ਹਾਂ ਵੀ ਵੇਖੋ ਵੀ ਆਹ ਕਾਹਤੋਂ ਹੋ ਰਿਹਾ ਹਨਾ, ਕੀ ਕਾਰਨ ਆ, ਜਾਂ ਆਪਾਂ ਨੂੰ ਕੀ ਕੀ ਸਟੈਪ ਚੱਕਣੇ ਚਾਹੀਦੇ ਆ ਇਹਨਾਂ ਦੀ ਭਲਾਈ ਲਈ ਹਨਾ, ਉਹ ਕਮਿਸ਼ਨ ਨੂੰ ਵੀ ਉਹ ਅਪੁਆਇੰਟ ਕਰ ਸਕਦਾ। ਠੀਕ ਹੈ, ਠੀਕ ਹੈ ਬਈ। ਕਾਦੇ ਵਾਸਤੇ ਕਮਿਸ਼ਨ ਅਪੁਆਇੰਟ ਕਰਨਾ? SC ST SC OBC ਵਗੈਰਾ। ਵਾਸਤੇ। SC ਹੁੰਦੇ ਸ਼ਡਿਊਲ ਕਾਸਟ, ST ਸ਼ਡਿਊਲ ਟ੍ਰਾਈਬ ਤੇ ਤੇ ਅਦਰ OBC ਬੈਕਵਰਡ ਕਲਾਸ। ਹਾਂ OBC ਅਦਰ ਬੈਕਵਰਡ ਕਾਸਟ। ਸਮਝ ਲੱਗ ਗਈ। ਹਾਂ ਫਿਰ ਹੀ ਕੈਨ ਅਪੁਆਇੰਟ ਐਨ ਇੰਟਰਸਟੇਟ ਕਾਉਂਸਲ ਟੂ ਪ੍ਰਮੋਟ ਸੈਂਟਰ ਐਂਡ ਇੰਟਰਸਟੇਟ ਕੋਆਪਰੇਸ਼ਨ। ਇੰਟਰਸਟੇਟ ਕਾਉਂਸਲ ਵੀ ਉਹ ਅਪੁਆਇੰਟ ਕਰ ਸਕਦਾ। ਹੁਣ ਇੰਟਰਸਟੇਟ ਕਾਉਂਸਲ ਹੁੰਦੀ ਕੀ ਹੈ? ਇੰਟਰਸਟੇਟ ਕਾਉਂਸਲ ਅਸਲ ਦੇ ਵਿੱਚ ਇਹ ਹੁੰਦੀ ਹੈ ਵੀ ਹੁਣ ਵੇਖੋ ਇੱਕ ਸਟੇਟ ਸਰਕਾਰ ਆ, ਦੂਜੀ ਕਿਹੜੀ ਹੈ? ਸੈਂਟਰ ਸਰਕਾਰ ਆ। ਹੁਣ ਇਹਨਾਂ ਚ ਜ਼ਿਆਦਾਤਰ ਆਪਸ ਦੇ ਜੇ ਹੁਣ ਸਰਕਾਰਾਂ ਅੱਡੋ ਅੱਡ ਸਰਕਾਰਾਂ ਨਾ, ਜਿਵੇਂ ਹੁਣ ਪੰਜਾਬ 'ਚ ਸਰਕਾਰ ਆ ਕੈਪਟਨ ਦੀ ਕਾਂਗਰਸ ਦੀ, ਸੈਂਟਰ 'ਚ ਸਰਕਾਰ ਆ BJP ਦੀ ਹਨਾ, ਸੋ ਇਹਨਾਂ 'ਚ ਆਪਸ 'ਚ ਟਸਲ ਚੱਲਦਾ ਰਹਿੰਦਾ। ਟਸਲ ਇਨ ਦੀ ਸੈਂਸ ਵੀ ਰੌਲਾ ਚੱਲਦਾ ਰਹਿੰਦਾ ਜਦੋਂ ਅੱਡੋ ਅੱਡ ਪਾਰਟੀਆਂ ਦੀਆਂ ਸਰਕਾਰਾਂ ਆ ਜਾਂਦੀਆਂ। ਸੋ ਉਹਨਾਂ ਦੇ ਵਿੱਚ ਹਨਾ ਵੀ ਐਂ ਤਾਂ ਫਿਰ ਕੰਮ ਹੀ ਨਹੀਂ ਹੋਣੇ ਵੀ ਉਹ ਉਹਦੇ ਕੰਮ 'ਚ ਡਿੱਕਾ ਡਾਈ ਜਾਂਦਾ, ਉਹ ਉਹਦੇ 'ਚ ਡਾਈ ਜਾਂਦਾ। ਸਮਝ ਲੱਗੀ। ਉਹਨਾਂ ਦੇ ਵਿੱਚ ਤਾਲਮੇਲ ਬਣਾਉਣ ਦੇ ਲਈ ਕਿਹੜੀ ਕਾਉਂਸਲ ਹੁੰਦੀ ਹੈ? ਇੰਟਰਸਟੇਟ ਕਾਉਂਸਲ। ਸਮਝ ਲੱਗੀ। ਇੰਟਰਸਟੇਟ ਕਾਉਂਸਲ ਦਾ ਕੀ ਕੰਮ ਹੁੰਦਾ? ਸਟੇਟਾਂ ਤੇ ਸੈਂਟਰ ਦੇ ਵਿੱਚ, ਸਟੇਟਸ ਐਂਡ ਸੈਂਟਰ ਦੇ ਵਿੱਚ ਕੋਆਪਰੇਸ਼ਨ, ਹਾਂ ਕੋਆਪਰੇਸ਼ਨ ਬਣਾਉਣੀ ਜਾਂ ਤਾਲਮੇਲ ਵਧਾਉਣਾ। ਸਮਝ ਲੱਗ ਗਈ। He can appoint an interstate council to promote ਹਨਾ ਵਧਾਵਾ ਦੇਣਾ ਕਿਹੜੀ ਚੀਜ਼ ਨੂੰ? ਸੈਂਟਰ ਸਟੇਟ ਐਂਡ ਇੰਟਰਸਟੇਟ ਕੋਆਪਰੇਸ਼ਨ। ਸੈਂਟਰ ਤੇ ਸਟੇਟ ਦੀ, ਸੈਂਟਰ ਤੇ ਸਟੇਟਸ ਦੀ ਵੀ ਕੋਆਪਰੇਸ਼ਨ ਵਧੂਗੀ, ਤਾਲਮੇਲ ਵਧੂਗਾ ਉਹਦੇ ਨਾਲ, ਤੇ ਨਾਲ ਦੋ ਸਟੇਟਾਂ ਦਾ ਵੀ ਆਪਸ ਇੰਟਰਸਟੇਟ ਕਾਉਂਸਲ ਹਨਾ, ਵੀ ਜਿਵੇਂ ਪੰਜਾਬ ਤੇ ਰਾਜਸਥਾਨ ਦਾ, ਰਾਜਸਥਾਨ ਤੇ ਹਰਿਆਣੇ ਦਾ, ਉਹ ਵਧੀਆ ਰਵੇ ਹਨਾ। ਜਿਵੇਂ ਹੁਣ ਆਪਣੇ ਹੁਣ ਜਿਵੇਂ ਕੈਪਟਨ ਤੇ ਖੱਟਰ ਕਿੰਨਾ ਲੜੇ ਆ ਪਿੱਛੇ ਜੇ, ਸਮਝ ਲੱਗ ਗਈ। ਵੀ ਜਦੋਂ ਹੁਣ ਕੋਈ ਕੰਮ ਪੈਂਦਾ ਉਦੋਂ ਵੀ ਵਧੀਆ ਤਰੀਕੇ ਨਾਲ ਹੋ ਸਕੇ, ਉਹਦੇ ਵਾਸਤੇ ਆਏ ਇੰਟਰਸਟੇਟ ਕਾਉਂਸਲ। ਦੋ ਸਟੇਟਾਂ ਨੂੰ ਆਪਸ ਚ ਪੈਂਦਾ ਜਾਂ ਸੈਂਟਰ ਨੂੰ ਸਟੇਟ ਨਾਲ ਪੈਂਦਾ ਹਨਾ। ਸਮਝ ਲੱਗ ਗਈ। ਹਾਂ ਬਈ। ਫਿਰ ਕੀ ਹੈਗਾ? ਹੀ ਡਾਇਰੈਕਟਲੀ ਐਡਮਿਨਿਸਟਰ ਦਾ ਯੂਨੀਅਨ ਟੈਰੀਟਰੀਜ਼ ਥਰੂ ਐਡਮਿਨਿਸਟਰ ਅਪੁਆਇੰਟਡ ਬਾਈ ਹਿਮ। ਤੁਹਾਨੂੰ ਦੱਸਿਆ ਸੀ ਵੀ ਯੂਨੀਅਨ ਟੈਰੀਟਰੀਜ਼ ਦੇ ਵਿੱਚ ਕੌਣ ਹੁੰਦਾ? ਯੂਨੀਅਨ ਟੈਰੀਟਰੀਜ਼ ਦੇ ਵਿੱਚ ਜਿਵੇਂ ਹੁਣ ਦਿੱਲੀ ਯੂਨੀਅਨ ਟੈਰੀਟਰੀ ਹੈ, ਉੱਥੇ ਕੇਜਰੀਵਾਲ ਕਹਿੰਦਾ ਨਹੀਂ ਹੁੰਦਾ ਮੈਨੂੰ LG ਕੋਈ ਕੰਮ ਨਹੀਂ ਕਰਨ ਦਿੰਦਾ ਗਾ, LG ਕਰੀ ਜਾਂਦਾ ਹੁੰਦਾ, ਕਹਿੰਦਾ ਮੈਂ ਕਿ ਨਹੀਂ ਆਉਂਦਾ ਹੁੰਦਾ? ਪਤਾ ਨਹੀਂ LG, ਪਤਾ ਬਈ। ਉਹ ਆਉਂਦਾ ਹੁੰਦਾ ਮੈਨੂੰ ਨਹੀਂ ਬਈ। LG ਸਾਹਿਬ ਕੰਮ ਨਹੀਂ ਕਰਨ ਦਿੰਦੇ। LG ਹੁੰਦਾ ਲੈਫਟੀਨੈਂਟ ਗਵਰਨਰ। ਕੀ ਹੁੰਦਾ LG? ਲੈਫਟੀਨੈਂਟ ਗਵਰਨਰ। ਹਾਂ, ਸੋ ਉਹ ਲੈਫਟੀਨੈਂਟ ਗਵਰਨਰ ਆ, ਉਹਨੂੰ ਵੀ ਕਿਹਨੇ ਅਪੁਆਇੰਟ ਕਰਨਾ? ਪ੍ਰੈਜ਼ੀਡੈਂਟ ਨੇ। ਹਾਂ ਠੀਕ ਹੈ। ਤੇ ਲੈਫਟੀਨੈਂਟ ਗਵਰਨਰ ਹੀ ਉੱਥੇ ਤਾਂ ਹੁੰਦਾ, ਉੱਥੇ CM ਤਾਂ ਹੁੰਦਾ ਵੀ ਆ। ਚਲੋ ਆਪਾਂ ਇੱਥੇ ਤਾਂ ਹੈਗਾ CM ਫਿਰ ਵੀ,
ਆਪਣੇ ਦਿੱਲੀ ਤੇ ਪੁਡੂਚੇਰੀ ਤੇ ਜੰਮੂ ਕਸ਼ਮੀਰ ਦੇ ਵਿੱਚ ਤਾਂ ਹਨਾ, ਪਰ ਕਈਆਂ ਥਾਵਾਂ ਤੇ ਤਾਂ ਲੈਜਿਸਲੇਟਿਵ ਅਸੈਂਬਲੀ ਨਹੀਂ ਹੁੰਦੀ ਗੀ, ਉੱਥੇ ਹੁੰਦਾ ਹੀ ਨਹੀਂ ਹਨਾ। ਉੱਥੇ ਫਿਰ ਸਰਕਾਰ ਹੀ ਕਿਹਨੇ ਚਲਾਉਣੀ ਇੱਕ ਹਿਸਾਬ ਦੀ, ਵੀ ਉਹ ਜਿਹੜਾ ਵੀ ਉੱਥੇ ਉਹਨੇ ਹਾਂ LG ਲਾਇਆ ਉਹਨੇ ਚਲਾਉਣੀ ਆ, ਪਰ ਤੇ LG ਨੂੰ ਸੰਦੇਸ਼ ਕਿਹਨੇ ਦੇਣਾ, ਰਾਸ਼ਟਰਪਤੀ ਨੇ ਦੇਣਾ, ਵੀ ਇੱਕ ਹਿਸਾਬ ਦੀ ਸਰਕਾਰ ਇਹੀ ਚਲਾ ਰਿਹਾ ਉੱਥੇ, ਰਾਸ਼ਟਰਪਤੀ ਦੇ ਅੰਡਰ ਹੀ ਹੁੰਦੀਆਂ। ਠੀਕ ਹੈ, ਰਾਸ਼ਟਰਪਤੀ ਦੇ ਅੰਡਰ ਆਪਾਂ ਕਈ ਤੂੰ ਬੰਦਾ ਸੁਣਿਆ ਹੋਊਗਾ ਫਲਾਨੀ ਚੀਜ਼ ਤਾਂ ਰਾਸ਼ਟਰਪਤੀ ਦੇ ਅੰਡਰ ਆ, ਜਿਵੇਂ ਆਪਾਂ ਕਹਿ ਦਿੰਦੇ ਆ ਵੀ ਉਹ ਦੂਜਾ ਵੀ ਉਹ ਯੂਨੀਵਰਸਿਟੀ ਜਾਂ ਉਹ ਹਨਾ ਸ਼ਹਿਰ ਜਿਹੜਾ ਉਹ ਰਾਸ਼ਟਰਪਤੀ ਦੇ ਅੰਡਰ, ਉਹਦਾ ਮਤਲਬ ਕੀ ਹੁੰਦਾ, ਵੀ ਉੱਥੇ ਗਵਰਨਰ ਲੱਗਿਆ ਹੋਇਆ ਉਹ UT ਹੈ, ਉਹਦਾ ਮਤਲਬ ਇਹ ਹੁੰਦਾ। ਜੇ ਕੋਈ ਸ਼ਹਿਰ ਰਾਸ਼ਟਰਪਤੀ ਦੇ ਅੰਡਰ, ਇਹਦਾ ਮਤਲਬ ਉਹ UT ਹੈ। ਜੇ ਮੈਂ ਕਹਿੰਦਾ ਦਮਨ ਐਂਡ ਦਿਊ ਰਾਸ਼ਟਰਪਤੀ ਦੇ ਅੰਡਰ ਆ, ਉਹ ਕੀ ਆ, ਉਹ UT ਹੈ। ਠੀਕ ਹੈ, ਪਰਮਾਨੈਂਟ ਤੌਰ ਤੇ ਨਹੀਂ ਮੈਂ ਕਹਿ ਰਿਹਾ ਹੈਗਾ, ਟੈਂਪਰੇਰੀ। ਪਰਮਾਨੈਂਟ ਤਾਂ ਵੀ ਆਪਾਂ ਇਹ ਟੈਂਪਰੇਰੀ ਤਾਂ ਇਹ ਵੀ ਹੋ ਸਕਦਾ ਨਾ ਵੀ ਉੱਥੇ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਿਆ ਹੋਇਆ, ਵੈਸੇ ਉਹ ਤਾਂ ਫਿਰ ਸਟੇਟ ਦੇ ਵਿੱਚ ਵੀ ਉਹ ਚੀਜ਼ ਹੋ ਸਕਦੀ ਹੈ। ਸਮਝ ਲੱਗੀ? ਅੱਗੇ ਕੀ ਹੈ, he can declare any area as scheduled area and has powers with respect to the administration of scheduled areas and tribal areas। ਸੋ ਜੇ ਤੁਹਾਡੇ ਯਾਦ ਹੋਵੇ ਆਪਾਂ ਸ਼ਡਿਊਲ 5 ਪੜਿਆ ਸੀਗਾ, ਸ਼ਡਿਊਲ ਰਿਵਾਈਜ਼ ਕਰਿਓ ਜੀ। ਠੀਕ ਹੈ, ਸ਼ਡਿਊਲ 5 ਦੇ ਵਿੱਚ ਕੀ ਸੀਗਾ, ਕਾਹਦੇ ਨਾਲ ਸੰਬੰਧਿਤ ਪ੍ਰੋਵੀਜ਼ਨ ਸੀਗੀ, ਸ਼ਡਿਊਲਡ ਏਰੀਆਜ਼ ਦੇ ਨਾਲ। ਹਾਂ ਸ਼ਡਿਊਲ ਹਨਾ, ਤੇ 6 ਦੇ ਵਿੱਚ ਸੀ ਆਪਾਂ ਸ਼ਡਿਊਲਡ ਏਰੀਆ ਅਦਰ ਸ਼ਡਿਊਲਡ ਏਰੀਆਜ਼ ਦੀ ਗੱਲ ਕੀਤੀ ਸੀ। ਸੋ ਇਹ ਜਿਹੜੇ ਸ਼ਡਿਊਲਡ ਏਰੀਆ ਵੀ ਕਿਹੜਾ ਏਰੀਆ ਸ਼ਡਿਊਲਡ ਏਰੀਆ ਹੋਊਗਾ, ਕਿਹੜਾ ਏਰੀਆ ਸਹੀ ਹੋਊਗਾ, ਵੀ ਆਮ ਨਾਰਮਲ ਏਰੀਆ ਹੋਊਗਾ, ਉਹ ਕੌਣ ਦੱਸੂਗਾ, ਰਾਸ਼ਟਰਪਤੀ ਦੱਸੂਗਾ। ਵੀ ਜਿਵੇਂ ਹੁਣ ਮੰਨ ਕੇ ਚਲੋ ਥਾਂਦੇ ਵਾਲਾ, ਜੇ ਰਾਸ਼ਟਰਪਤੀ ਚਾਹਵੇ ਤਾਂ ਉਹਨੇ ਕਹਿ ਦੇਣਾ ਵੀ ਥਾਂਦੇ ਵਾਲਾ ਸ਼ਡਿਊਲਡ ਏਰੀਆ। ਵੀ ਸ਼ਡਿਊਲਡ ਏਰੀਆ ਜੇ ਉਹਨੇ ਡਿਕਲੇਅਰ ਕਰਤਾ, ਉਹਦੇ ਨਾਲ ਕੀ ਹੋਊਗਾ ਵੀ ਸ਼ਡਿਊਲਡ ਏਰੀਏ ਤੇ ਆਮ ਕਾਨੂੰਨ ਲਾਗੂ ਨਹੀਂ ਹੁੰਦੇ, ਉੱਥੋਂ ਦੇ ਲੋਕਾਂ ਨੂੰ ਕੁਝ ਕੁ ਸਪੈਸ਼ਲ ਚੀਜ਼ਾਂ ਹਨਾ, ਵੀ ਆਮ ਲੋਕਾਂ ਦੇ ਨਾਲੋਂ ਸਪੈਸ਼ਲ ਰਾਈਟਸ ਦਿੱਤੇ ਹੁੰਦੇ ਆ। ਸਮਝ ਲੱਗੀ? ਹਾਂ ਫਰਕ ਹੁੰਦਾ ਸ਼ਡਿਊਲਡ ਏਰੀਆ ਤੇ ਨਾਰਮਲ ਏਰੀਆ ਦਾ। ਵੀ ਜਿਵੇਂ ਹੁਣ ਆਪਾਂ ਸਟੇਟ ਦੇ ਵਿੱਚ ਰਹਿੰਦੇ ਆ, ਆਪਾਂ ਸ਼ਡਿਊਲਡ ਏਰੀਆ 'ਚ ਨਹੀਂ ਆਉਂਦੇ, ਆਪਣੇ ਤੇ ਕਾਨੂੰਨ ਹੋਰ ਹਿਸਾਬ ਨਾਲ ਲਾਗੂ ਹੋਊਗਾ, ਪਰ ਸ਼ਡਿਊਲਡ ਏਰੀਆ ਵਾਲਿਆਂ ਦੇ ਹੋਰ ਹਿਸਾਬ ਨਾਲ ਲਾਗੂ ਹੋਊਗਾ। ਉੱਥੇ ਅਸਲ ਸ਼ਡਿਊਲਡ ਏਰੀਆਜ਼ ਦੇ ਵਿੱਚ ਨਾ ਜਿਹੜੀਆਂ ਉੱਥੋਂ ਦੀਆਂ ਪੰਚਾਇਤਾਂ, ਉਹਨਾਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਹੁੰਦੇ ਆਪਣੀਆਂ ਪੰਚਾਇਤਾਂ ਨਾਲ, ਵੀ ਲੋਕੀ ਆਪ ਹੀ ਸ਼ਾਸਨ ਕਰਨਾ ਆਪਦੇ ਹਿਸਾਬ ਨਾਲ। ਸਮਝ ਲੱਗੀ? ਬਾਕੀ ਉੱਥੋਂ ਦੇ ਗਵਰਨਮੈਂਟ ਸਕੀਮਸ ਵੀ ਸਪੈਸ਼ਲ ਆਉਂਦੀਆਂ ਉਹਨਾਂ ਵਾਸਤੇ। ਸੋ ਕਿਹੜੇ ਏਰੀਆ ਨੂੰ ਸ਼ਡਿਊਲਡ ਏਰੀਆ ਡਿਕਲੇਅਰ ਕਰਨਾ, ਉਹ ਕੌਣ ਦੱਸੂਗਾ, ਪ੍ਰੈਜ਼ੀਡੈਂਟ ਕਰ ਸਕਦਾ। ਠੀਕ ਹੈ, ਐਂਡ ਹੈਜ਼ ਪਾਵਰਸ ਵਿਦ ਰਿਸਪੈਕਟ ਟੂ ਦ ਐਡਮਿਨਿਸਟ੍ਰੇਸ਼ਨ ਆਫ ਸ਼ਡਿਊਲਡ ਏਰੀਆਜ਼ ਐਂਡ ਟ੍ਰਾਈਬਲ ਏਰੀਆਜ਼। ਸੋ ਜਿਹੜਾ ਹਾਂ ਦੂਜੀ ਗੱਲ ਆ ਵੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਵੀ ਕਿਹਦੇ ਹੱਥ 'ਚ ਫਿਰ ਆ ਜੂਗੀ, ਉਹ ਵੀ ਜਿਵੇਂ ਆਪਾਂ ਕਹੀ ਜਾਂਦੇ ਸੀ ਵੀ ਉਹ ਫਲਾਨੀ ਸਿਟੀ ਜਾਂ ਫਲਾਨਾ ਪਿੰਡ ਹਨਾ, ਕਿਹਦੇ ਅੰਡਰ ਆ ਗਿਆ, ਰਾਸ਼ਟਰਪਤੀ ਦੇ। ਉਹਦਾ ਮਤਲਬ ਉਹ ਕੀ ਹੈ ਵੀ UT ਹੈ ਨਾ। ਦੂਜਾ ਇਹ ਵੀ ਅੰਡਰ ਹੋ ਸਕਦਾ ਰਾਸ਼ਟਰਪਤੀ ਦੇ, ਜੇ ਕੋਈ ਕੀ ਰਾਸ਼ਟਰਪਤੀ ਦੇ ਅੰਡਰ ਹਨਾ ਆਪਾਂ ਸ਼ਹਿਰ ਵੇਖ ਰਹੇ ਹਾਂ, ਉਹ ਸ਼ਡਿਊਲਡ ਏਰੀਆ ਤੇ ਸ਼ਡਿਊਲਡ ਤੇ ਟ੍ਰਾਈਬਲ ਏਰੀਆ ਵੀ ਹੋ ਸਕਦਾ। ਠੀਕ ਹੈ, ਦਿਮਾਗ 'ਚ ਗੱਲ ਬਿਠਾਉਣ ਦੀ ਕੋਸ਼ਿਸ਼ ਕਰੋ ਵੀ ਜਿਹੜਾ ਸ਼ਡਿਊਲ ਏਰੀਆ, ਜਿਵੇਂ ਮੈਂ ਤੈਨੂੰ ਕਹਿ ਤਾ ਵੀ ਰਾਸ਼ਟਰਪਤੀ ਨੇ ਥਾਂਦੇ ਵਾਲੇ ਪਿੰਡ ਨੂੰ ਸ਼ਡਿਊਲਡ ਏਰੀਆ ਘੋਸ਼ਿਤ ਕਰਤਾ। ਸ਼ਡਿਊਲਡ ਏਰੀਆ ਘੋਸ਼ਿਤ ਕਰਨ ਦਾ ਮਤਲਬ ਕੀ ਆ ਵੀ ਇੱਥੋਂ ਦੇ ਲੋਕਾਂ ਨੂੰ ਸਪੈਸ਼ਲ ਰਾਈਟਸ ਹੋਣਗੇ, ਹਨਾ, ਵਿਸ਼ੇਸ਼ ਅਧਿਕਾਰ ਹੋਣਗੇ ਇਹਨਾਂ ਕੋਲੇ, ਜਾਂ ਇਹਨਾਂ ਕੋਲੇ ਸਪੈਸ਼ਲ ਸਕੀਮਾਂ ਹੋਣਗੀਆਂ ਹਨਾ। ਤੇ ਉਹ ਪਿੰਡ ਕਿਹਦੇ ਅੰਡਰ ਆ ਜਾਊਗਾ, ਥਾਂਦੇ ਵਾਲਾ ਪਿੰਡ ਕਿਹਦੇ ਅੰਡਰ ਆ ਜਾਊਗਾ, ਰਾਸ਼ਟਰਪਤੀ ਦੇ ਅੰਡਰ ਹੀ। ਵੀ ਉੱਥੇ ਕੋਈ ਵੀ ਸ਼ਾਸਨ ਚਲਾਉਣਾ ਹਨਾ, ਉਹਦੀ ਡਾਇਰੈਕਸ਼ਨ ਕਿੱਥੋਂ ਆਊਗੀ, ਉਹ ਰਾਸ਼ਟਰਪਤੀ ਦੇਊਗਾ। ਉਹ ਆਪ ਨਹੀਂ ਉੱਥੇ ਆ ਕੇ ਥਾਂਦੇ ਵਾਲੇ ਰਹਿਣ ਲੱਗ ਪੈਣਾ, ਉਹਨੇ ਕੋਈ ਬੰਦਾ ਲਾਊਗਾ ਤੇ ਉਹ ਬੰਦਾ ਸਿੱਧਾ ਰਾਸ਼ਟਰਪਤੀ ਦੇ ਨਾਲ ਗੱਲਬਾਤ ਕਰੂਗਾ। ਸਮਝ ਲੱਗ ਗਈ? ਓਕੇ ਹੋ ਗਿਆ ਕਿ ਨਹੀਂ ਹੋਇਆ? ਪਰ ਹੁਣ ਗੱਲ ਇਹ ਹੈ ਵੀ ਇਹ ਨਾ ਤਾਂ ਰਾਸ਼ਟਰਪਤੀ ਦਾ ਚੱਲ ਰਿਹਾ ਇੱਥੇ ਵੀ ਰਾਸ਼ਟਰਪਤੀ ਕਰੂਗਾ ਸਾਰਾ ਕੁਝ, ਤੇ ਪਰ ਅਸਲ 'ਚ ਦਿਮਾਗ ਕਿਹਦਾ ਚੱਲੂ ਇਹਦੇ ਪਿੱਛੇ, ਮੋਦੀ ਦਾ। ਹਾਂ, ਇਹ ਸਾਰੇ ਕੰਮ ਅਸਲ 'ਚ ਜੇ ਆਪਾਂ ਇਨਡਾਇਰੈਕਟਲੀ ਵੇਖੀਏ ਨਾ, ਸਾਰੇ ਕੰਮ ਕੌਣ ਕਰੂਗਾ, PM ਤੇ ਉਹਦੀ ਕਾਉਂਸਲ। ਠੀਕ ਹੈ, ਕੈਬਨਿਟ ਜਿਹੜੀ ਹੁੰਦੀ ਹੈ ਹਨਾ, ਕੈਬਨਿਟ ਮਿਨਿਸਟਰ ਹੁੰਦੇ ਆ, ਉਹ ਉਹਨਾਂ ਨੇ ਬਸ ਇਹ ਮੀਟਿੰਗ ਕਰਕੇ ਫੈਸਲਾ ਲੈ ਲੈਣਾ, ਉਸ ਤੋਂ ਬਾਅਦ ਰਾਸ਼ਟਰਪਤੀ ਨੂੰ ਕਹਿ ਦੇਣਾ ਵੀ ਹਾਂਜੀ ਸਰ ਕਰੋ ਸਾਈਨ। ਸਮਝ ਲੱਗ ਗਈ?
ਜਿਵੇਂ ਹੁਣ ਮੰਨ ਕੇ ਚੱਲੋ ਹਾਂ ਆਹ ਤਾਂ ਚਲੋ ਮੰਨਦੇ ਆ ਵੀ ਜਿਵੇਂ ਅਪੁਆਇੰਟਮੈਂਟ ਆ ਪ੍ਰਾਈਮ ਮਿਨਿਸਟਰ ਦੀ ਉਹਨੇ ਹੀ ਕਰਨੀ ਹੈ ਹਨਾ, ਕੁਛ ਕੁ ਚੀਜ਼ਾਂ ਦੇ ਉੱਤੇ ਆਪਦਾ ਦਿਮਾਗ ਵੀ ਚਲਾਉਂਦਾ ਰਾਸ਼ਟਰਪਤੀ, ਪਰ ਜ਼ਿਆਦਾਤਰ ਕੰਮ ਜਿਹੜੇ ਆ ਹੁਣ ਜਿਵੇਂ ਮੰਨ ਕੇ ਚੱਲੋ ਚੀਫ ਜਸਟਿਸ ਹਨਾ, ਆ ਹਾਂ ਦੂਜਾ ਚੀਫ ਜਸਟਿਸ ਵੀ ਇਹ ਵੀ ਨਹੀਂ ਉਹਦੇ ਚ ਆਉਂਦਾਗਾ ਇਹਨਾਂ ਦਾ ਵੀ ਜ਼ਿਆਦਾਤਰ ਕੰਮ ਮੈਂ ਤੈਨੂੰ ਕਹੀ ਜਾਂਦਾ ਜਿਵੇਂ ਹੁਣ ਯੂਪੀਐਸਸੀ ਦਾ ਚੇਅਰਮੈਨ ਲਾਉਣਾ ਜਾਂ ਹੋਰ ਆ, ਉਹਨਾਂ ਸਾਰਿਆਂ ਨੂੰ ਇਹ ਕਾਉਂਸਲ ਆਫ ਮਿਨਿਸਟਰਸ ਵੀ ਫੈਸਲਾ ਲੈ ਲੈਂਦੇ ਇਤਲਾਤ ਤੇ। ਮੇਨ ਹੁਣ ਮੈਂ ਤੁਹਾਨੂੰ ਰਿਵੀਜ਼ਨ ਕਰਾਉਣ ਲੱਗਿਆ ਐਗਜ਼ੈਕਟਿਵ ਪਾਵਰਸ ਦੇ ਵਿੱਚ ਕੀ ਕੁਛ ਆ। ਪਹਿਲਾ ਕੀ ਹੈ, ਆਲ ਦਾ ਐਗਜ਼ੈਕਟਿਵ ਐਕਸ਼ਨਸ ਆਫ ਦਾ ਗਵਰਨਮੈਂਟ ਆਫ ਇੰਡੀਆ ਫਾਰਮਲੀ ਟੇਕਨ ਬਾਈ ਦਾ ਨੇਮ ਆਫ ਪ੍ਰੈਜ਼ੀਡੈਂਟ। ਠੀਕ ਹੈ, ਪਹਿਲੇ ਚ ਕੀ ਆ ਵੀ ਸਾਰੇ ਜਿੰਨੇ ਵੀ ਗਵਰਨਮੈਂਟ ਦੇ ਐਕਸ਼ਨ ਹੋਣਗੇ ਗਵਰਨਮੈਂਟ ਆਫ ਇੰਡੀਆ ਦੇ, ਉਹ ਕਿਹਦੇ ਨਾਂ ਤੇ ਲਏ ਜਾਣਗੇ, ਪ੍ਰੈਜ਼ੀਡੈਂਟ। ਜਿੰਨੇ ਵੀ ਐਗਜ਼ੈਕਟਿਵ ਐਕਸ਼ਨ ਹੋਣਗੇ ਸਾਰੇ ਕਿਹਦੇ ਨਾਂ ਤੇ ਲਏ ਜਾਣਗੇ, ਪ੍ਰੈਜ਼ੀਡੈਂਟ। ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਹੈ ਵੀ ਉਹ ਕਿਹੜੇ ਕਿਹੜੇ ਬੰਦੇ ਨੂੰ ਅਪੁਆਇੰਟ ਕਰ ਸਕਦਾ, ਉਹ ਪ੍ਰਾਈਮ ਮਿਨਿਸਟਰ ਨੂੰ ਅਪੁਆਇੰਟ ਕਰ ਸਕਦਾ, ਉਹਦੀ ਕਾਉਂਸਲ ਆਫ ਮਿਨਿਸਟਰ ਨੂੰ ਅਪੁਆਇੰਟ ਕਰ ਸਕਦਾ, ਫਿਰ ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ ਆਫ ਹਾਈ ਕੋਰਟ ਐਂਡ ਹਨਾ ਜੱਜਸ ਆਫ ਹਾਈ ਕੋਰਟ, ਫਿਰ ਅਟਾਰਨੀ ਜਨਰਲ ਆਫ ਇੰਡੀਆ, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਹਨਾ, ਫਿਰ ਮੈਂਬਰਸ ਐਂਡ ਚੇਅਰਮੈਨ ਆਫ यूपीएससी, ਚੀਫ ਇਲੈਕਸ਼ਨ ਕਮਿਸ਼ਨਰ ਐਂਡ ਇਲੈਕਸ਼ਨ ਕਮਿਸ਼ਨ। ਫਿਰ ਤੀਜੀ ਗੱਲ ਆ ਵੀ ਉਹ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਉਹ ਮੰਗ ਸਕਦਾ। ਸੀਕ ਦਾ ਮਤਲਬ ਕੀ ਹੁੰਦਾ, ਮੰਗਣਾ। ਹੀ ਕੈਨ ਸੀਕ ਐਨੀ ਇਨਫੋਰਮੇਸ਼ਨ ਫਰੋਮ ਦਾ ਗਵਰਨਮੈਂਟ, ਤੀਜਾ ਪੁਆਇੰਟ ਹੋ ਗਿਆ। ਚੌਥਾ ਪੁਆਇੰਟ ਕੀ ਹੋ ਗਿਆ ਵੀ ਉਹ ਜਿਹੜੇ SC ST ਦੀ ਭਲਾਈ ਵਾਸਤੇ ਉਹ ਕਮਿਸ਼ਨ ਬਣਾ ਸਕਦਾ। ਸਮਝ ਲੱਗ ਗਈ। ਹਾਂ ਫਿਰ ਪੰਜਵਾਂ ਪੁਆਇੰਟ ਕੀ ਹੋ ਗਿਆ ਵੀ ਜੇ ਸਟੇਟਾਂ ਦੇ ਵਿੱਚ ਰੌਲਾ ਪੈਂਦਾ ਜਾਂ ਹਨਾ ਆਪਣੇ ਸਟੇਟ ਤੇ ਸੈਂਟਰ ਦੇ ਵਿੱਚ ਰੌਲਾ ਪੈਂਦਾ, ਉਹਦੇ ਵਾਸਤੇ ਉਹ ਕੀ ਬਣਾ ਸਕਦਾ, ਇੰਟਰ ਸਟੇਟ ਕਾਉਂਸਲ। ਸਟੇਟ ਕਾਉਂਸਲ ਤਾਂ ਸਮਝ ਲੱਗਦੀ ਹੈ ਨਾ, ਇੰਟਰ ਦਾ ਮਤਲਬ ਹੁੰਦਾ ਹੈ ਜਦੋਂ ਦੋ ਬੰਦਿਆਂ ਦੇ ਵਿਚਲੀ, ਜਿਵੇਂ ਹੁਣ ਆਪਾਂ ਕਹਿ ਦਈਏ ਵੀ ਇਹ ਇੰਟਰ ਵਿਲੇਜ ਗੱਲ, ਜੇ ਮੈਂ ਕਹਿੰਦਾ ਨਾ ਇੰਟਰ ਵਿਲੇਜ ਮੁੱਦਾ ਇਹ ਹਨਾ, ਇੰਟਰ ਵਿਲੇਜ ਦਾ ਮਤਲਬ ਆ ਵੀ ਇਹ ਦੋ ਜਾਂ ਦੋ ਤੋਂ ਵੱਧ ਪਿੰਡਾਂ ਦਾ ਮੁੱਦਾ। ਜੇ ਮੈਂ ਕਹਿੰਦਾ ਇਹ ਇੰਟਰਾ ਵਿਲੇਜ ਮੁੱਦਾ, ਉਹ ਆਪਣੇ ਪਿੰਡ ਦਾ ਮੁੱਦਾ, ਵਿਦ ਇਨ ਆਵਰ ਫੈਮਿਲੀ। ਸਮਝ ਲੱਗ ਗਈ। ਜਿੱਥੇ ਇੰਟਰਾ ਵਰਡ ਆ ਜੇ ਉਹ ਹੁੰਦਾ ਵੀ ਉਸੇ ਘਰ ਦਾ ਮੁੱਦਾ ਜਾਂ ਉਸੇ ਫੈਮਿਲੀ ਦਾ ਮੁੱਦਾ। ਜੇ ਇੰਟਰ ਫੈਮਿਲੀ ਆ ਗਿਆ, ਉਹ ਦੋ ਜਾਂ ਦੋ ਤੋਂ ਵੱਧ ਫੈਮਲੀਆਂ ਦਾ ਆਪਸ 'ਚ ਕੋਈ ਹੈਗਾ ਚੱਕਰ। ਤੇ ਸਮਝ ਲੱਗ ਗਈ। ਇੰਟਰ ਸਟੇਟ ਕਾਉਂਸਲ ਵੀ ਮਤਲਬ ਦੋ ਜਾਂ ਦੋ ਤੋਂ ਵੱਧ ਸਟੇਟਾਂ ਵਾਸਤੇ ਹੈ। ਠੀਕ ਹੈ, ਠੀਕ ਹੈ। ਤੇ ਫਿਰ ਤੁਹਾਨੂੰ ਇਹ ਵੀ ਦੱਸਿਆ ਵੀ ਜਿਹੜੀਆਂ ਡਿਊਟੀਜ਼ ਹੁੰਦੀਆਂ ਹਨਾ, ਡਿਊਟੀਜ਼ ਨੂੰ ਐਡਮਿਨਿਸਟਰ ਕੌਣ ਕਰਦਾ। ਐਡਮਿਨਿਸਟਰ ਦਾ ਮਤਲਬ ਹੈ ਸ਼ਾਸਨ ਚਲਾਉਣਾ, ਉਹੀ ਐਗਜ਼ੀਕਿਊਟ ਉੱਥੇ ਦੇ ਕੰਮ ਕਰਨੇ। ਸ਼ਾਸਨ ਚਲਾਉਣਾ ਜਾਂ ਐਗਜ਼ੈਕਟਿਵ ਕਹਿ ਦਈਏ ਉਹ ਸੇਮ ਚੀਜ਼ ਹੈ। ਠੀਕ ਹੈ, ਉਹ ਵੀ ਕੌਣ ਕਰਦਾ, ਪ੍ਰੈਜ਼ੀਡੈਂਟ। ਤੇ ਲਾਸਟ ਦੇ ਉੱਤੇ ਕੀ ਆ ਵੀ ਜੇ ਸ਼ਡਿਊਲਡ ਏਰੀਆ ਤੇ ਹਨਾ, ਸ਼ਡਿਊਲਡ ਐਂਡ ਟ੍ਰਾਈਬਲ ਏਰੀਆ ਜਿਹੜਾ ਸ਼ਡਿਊਲ 5 ਦੇ ਵਿੱਚ ਜਾਂ 6 ਦੇ ਵਿੱਚ ਜਿਹੜੇ ਦੱਸੇ ਆ, ਉਹਨਾਂ ਨੂੰ ਕੌਣ ਡਿਕਲੇਅਰ ਕਰੂਗਾ, ਪ੍ਰੈਜ਼ੀਡੈਂਟ। ਚਲੋ ਆ ਟਾਈਮ ਹੋ ਗਿਆ।